ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜੁਨ ਵਿਘਨਨ ਕੇ ਨਾਸ਼ਕ ਵਿਘਨਨ ਕੇ ਨਾਸ਼ਕ ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਿਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦੁਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ ਧਰਮ ਤਰਾ ਧਰ ਪੁਨ ਪੁਨ ਸੀਸ ਜੀ ਪੁਨ ਪੁਨ ਸੀਸ ਵੰਦੋ ਬਾਰ ਬਾਰ ਜਗਦੀਸ਼ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਹ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਗੁਰ ਟਿਕ ਪਹੁੰਚ ਬੰਦਨਾ ਠਾਨੀ ਬਰਨੋ ਦਿੱਲੀ ਕੇਰ ਬਿਰਤੰਤ ਸੁਨ ਕਰ ਸ਼ੋਕ ਮਾਨ ਸਭ ਹੈ ਕਰ ਨੀਰ ਬਿਲੋਚਨ ਤੇ ਨਿਰਚੰਤ ਪਰਮ ਸਨਮਾਨਯੋਗ ਰਾਜਾਨ ਰਾਜ ਪਾਨਾਨ ਪਾਨ ਦੀਵਾਨ ਦੇ ਉਪਮਾ ਮਹਾਨ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਉਪਸਥਿਤ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨੋ ਆਓ ਮਹਾਰਾਜ ਜੀ ਕੀ ਅਪਾਰ ਬਖਸ਼ਿਸ਼ ਨਾਲ ਸੰਧਿਆ ਵੇਲੇ ਦੇ ਇਹਨਾਂ ਦੀਵਾਨਾਂ ਦੀ ਪ੍ਰਾਰੰਭਤਾ ਕਰੀਏ ਗੁਰੂ ਇਤਿਹਾਸ ਕੀ ਲੜੀਵਾਰ ਕਥਾ ਮਹਾਰਾਜ ਜੀ ਕੇ ਇਹਨਾਂ ਪਵਿੱਤਰ ਸਥਾਨਾਂ ਤੇ ਜੋ ਰੋਜ਼ਾਨਾ ਹੁੰਦੀ ਹੈ ਚਲਦੀ ਆ ਰਹੀ ਲੜੀ ਤਹਿਤ ਥੋੜਾ ਜਿਹਾ ਸਮਾਂ ਮਹਾਰਾਜ ਜੀ ਕੇ ਜੀਵਨ ਵਰਤਾਂਤਾਂ ਨਾਲ ਜੁੜਦੇ ਹਾਂ ਆਓ ਪ੍ਰਥਮ ਮਹਾਰਾਜ ਤੋਂ ਆਗਿਆ ਲਈਏ ਰਸਨਾ ਪਵਿੱਤਰ ਕਰੀਏ ਗੁਰੂ ਫਤਿਹ ਨਾਲ ਸਾਂਝ ਪਾਉਣੀ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ੍ਹ ਦਿਆਂ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਦਿੱਲੀ ਵਿਖੇ ਸ਼ਹਾਦਤ ਹੁੰਦੀ ਹੈ ਇਧਰ ਸਤਿਗੁਰੂ ਜੀ ਕੇ ਸੁਪੁੱਤਰ ਲਾਲ ਗੋਬਿੰਦ ਰਾਏ ਜੀ ਹੋਰਾਂ ਨੇ ਅੰਤਰਾਤਮੇ ਤੋਂ ਇਸ ਬਾਤ ਨੂੰ ਬੁੱਝ ਕਰਕੇ ਐਨ ਉਸੇ ਵਕਤ ਆਪ ਸਿੰਘਾਸਨ ਤੋਂ ਖੜੇ ਹੋ ਕਰਕੇ ਫਰਸ਼ ਵਿਛਾ ਕਰਕੇ ਤੇ ਧਰਤੀ ਤੇ ਬੈਠ ਗਏ ਸਨ। ਭਾਈ ਸੰਤੋਖ ਸਿੰਘ ਸਾਹਿਬ ਲਿਖਦੇ ਨੇ ਨਾਲ ਹੀ ਆਪਣੇ ਦੋ ਸਿੱਖ ਸੇਵਕ ਜਿਨ੍ਹਾਂ ਨੂੰ ਇਹ ਹੁਕਮ ਦਿੱਤਾ ਕਿ ਜਲਦੀ ਤੁਸੀਂ ਦਿੱਲੀ ਵੱਲ ਨੂੰ ਪਿਆਰਨਾ ਕਰੋ ਤੇ ਸਾਰਾ ਜੋ ਵੀ ਹਾਲ ਹੈ ਉਹ ਪਤਾ ਕਰਕੇ ਆਓ ਕਿ ਉੱਥੇ ਕੀ ਕੁਝ ਕਿੱਦਾਂ ਵਰਤਿਆ ਹੈ। ਜਿਵੇਂ ਹੀ ਸਿੱਖ ਜਾ ਰਹੇ ਸਨ ਕੀਰਤਪੁਰ ਦੇ ਪਾਸ ਤੋਂ ਲੰਘਦੇ ਨੇ ਤੇ ਇੱਥੇ ਕੀ ਵੇਖਦੇ ਨੇ ਵੀ ਇੱਕ ਸਿੱਖ ਆ ਰਿਹਾ ਹੈ ਜਿਹਦੇ ਪਾਸ ਬਸਤਰ ਕੁਝ ਲਪੇਟੇ ਹੋਏ ਹਨ। ਇਉਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਕੋਈ ਬਹੁਤ ਕੀਮਤੀ ਸ਼ੈ ਸਹਿਮ ਕਰਕੇ ਲੁਕੋ ਕਰਕੇ ਲਿਆ ਰਿਹਾ ਹੈ। ਸੋ ਮੁਲਾਕਾਤ ਹੋਈ, ਭੇਟ ਹੋਈ, ਪੁੱਛਿਆ,
ਵਿਚਾਰਾਂ ਚੱਲੀਆਂ ਅਖੀਰ ਉਸ ਆ ਰਹੇ ਸਿੱਖ ਨੇ ਦੱਸ ਦਿੱਤਾ ਕਿ ਗੁਰਮੁਖੋ ਮੇਰੇ ਪਾਸ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਵਿੱਤਰ ਸੀਸ ਹੈ, ਜੋ ਕਿ ਦਿੱਲੀ ਦੀ ਧਰਤੀ ਤੇ ਬਾਦਸ਼ਾਹ ਔਰੰਗਜ਼ੇਬ ਨੇ ਕਾਰਾ ਕੀਤਾ ਹੈ। ਧੜ ਦਾ ਤੇ ਮੈਨੂੰ ਪਤਾ ਨਹੀਂ ਹੈ, ਸੀਸ ਦੀ ਸੰਭਾਲ ਮੈਂ ਜ਼ਰੂਰ ਕੀਤੀ ਹੈ, ਉਹ ਲਿਆ ਰਿਹਾ ਹਾਂ। ਹੁਕਮਰਾਨ ਜਿਹੜੇ ਕਿ ਲੱਭ ਰਹੇ ਸਨ ਉਹਨਾਂ ਤੋਂ ਡਰਦਾ ਹੋਇਆ ਮੈਂ ਜਲਦੀ ਉਸ ਇਲਾਕੇ ਤੋਂ ਨਿਕਲ ਕੇ ਇੱਥੇ ਪਹੁੰਚਿਆ ਹਾਂ। ਹੁਣ ਤੁਸੀਂ ਦਿੱਲੀ ਨਾ ਜਾਓ, ਜਾ ਕਰਕੇ ਧੰਨ ਗੁਰੂ ਗੋਬਿੰਦ ਰਾਏ ਜੀ ਹੋਰਾਂ ਨੂੰ ਇਹ ਸੁਨੇਹਾ ਦੇਵੋ ਕਿ ਸੀਸ ਆ ਚੁੱਕਾ ਹੈ, ਆਪ ਆ ਕਰਕੇ ਸੰਭਾਲ ਕਰੋ। ਸੋ ਜਿਹੜੇ ਸਿੱਖ ਨੇ ਉੱਥੋਂ ਹੀ ਵਾਪਸ ਆਏ, ਮਹਾਰਾਜ ਜੀ ਕੇ ਪਾਸ ਆ ਕਰਕੇ ਸਾਰੀ ਵਿਥਿਆ ਦੱਸਦੇ ਹਨ। ਜਿਵੇਂ ਹੀ ਇਹ ਖਬਰ ਸੁਣੀ ਮਹਾਰਾਜ ਤੇ ਉਸੇ ਤਰ੍ਹਾਂ ਬੈਠੇ ਸਨ ਆਪਣੀ ਮੌਜ ਅੰਦਰ। ਪਿਤਾ ਜੀ ਦੇ ਜਾਣ ਦਾ ਵੈਰਾਗ ਤੇ ਜ਼ਰੂਰ ਹੈ ਹਿਰਦੇ ਅੰਦਰ, ਲੇਕਿਨ ਫਿਰ ਵੀ ਗੁਰੂ ਕੀ ਬਖਸ਼ਿਸ਼ ਬੜੀ ਮਹਾਨ ਹੈ। ਹੋਰ ਜਿਤਨੇ ਵੀ ਸਿੱਖ ਹਨ, ਮਹਾਰਾਜ ਜੀ ਕੇ ਮਾਤਾ ਜੀ ਹਨ, ਮਹਲ ਹਨ, ਸਾਰਿਆਂ ਦਾ ਅੰਦਰ ਜਿਹੜਾ ਹੈ ਵੈਰਾਗ ਯੁਕਤ ਹੋ ਗਿਆ, ਨੇਤਰਾਂ ਵਿੱਚੋਂ ਜਲ ਆ ਗਿਆ ਹੈ ਜੀ। ਸਿਰ ਗੋਬਿੰਦ ਸਿੰਘ ਬਰਜੇ ਸਗਰੇ, ਬ੍ਰਿੰਦ ਮਸੰਦਨ ਸੰਗ ਭਣਤ। ਫਿਰ ਜਿਸ ਵਕਤ ਸਾਰਿਆਂ ਦੇ ਨੇਤਰਾਂ ਵਿੱਚੋਂ ਨੀਰ ਦੀ ਝੜੀ ਲੱਗ ਗਈ, ਵੈਰਾਗ ਅੰਦਰ ਸਾਰੀ ਸੰਗਤ ਵੀ ਆ ਗਈ, ਮਹਾਰਾਜ ਜੀ ਕੇ ਮਾਤਾ ਜੀ ਮਹਲ, ਮਾਤ ਗੁਜਰ ਕੌਰ ਜੀ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪ ਉੱਚੀ ਆਵਾਜ਼ ਨਾਲ ਸਾਰਿਆਂ ਨੂੰ ਵਰਜਿਆ ਹੈ ਕਿ ਦੇਖੋ ਜੀ ਸਾਡੇ ਪਿਤਾ ਜੀ ਸ਼ਹਾਦਤ ਦੇ ਕਰਕੇ ਗਏ ਨੇ। ਉਹ ਕੋਈ ਸੰਸਾਰਿਕ ਮਨੁੱਖ ਵਾਂਗ ਨਹੀਂ, ਉਹ ਤੇ ਇੱਕ ਸੂਰਮੇ ਵਾਂਗ ਆਪਣਾ ਸੀਸ ਕੁਰਬਾਨ ਕਰਕੇ ਗਏ ਨੇ ਤੇ ਆਪਣੇ ਘਰ ਵਾਪਸ ਸੱਚਖੰਡ ਵਿਰਾਜੇ ਹਨ। ਸੋ ਉਹਨਾਂ ਲਈ ਸਾਨੂੰ ਇਹ ਕਾਰਜ ਕਰਨਾ ਉਚਿਤ ਨਹੀਂ ਹੈ। ਮਹਾਰਾਜ ਨੇ ਸਾਰੀ ਸੰਗਤ ਨੂੰ ਮਸੰਦਾਂ ਨੂੰ ਹਟਾਇਆ ਹੈ ਜੀ। ਤਿਆਰੀ ਕਰੋ ਦਰਵਗਨ ਖਰਚੋ, ਬਨੈ ਬਿਮਾਨ ਅਦਕ ਦੁਤਵੰਤ। ਤੇ ਨਾਲ ਹੀ ਮਹਾਰਾਜ ਨੇ ਹੁਕਮ ਦਿੱਤੇ ਕਿ ਆਪ ਭਾਈ ਹੁਣ ਰੁਦਨ ਆਦਿਕ ਨਾ ਕਰੋ, ਵਿਰਲਾਪ ਨਾ ਕਰੋ, ਵੈਰਾਗ ਵਿੱਚ ਨਾ ਆਓ, ਹੁਣ ਤਿਆਰੀ ਕਰੋ, ਸੋਹਣਾ ਵਿਮਾਨ ਤਿਆਰ ਕਰਵਾਓ, ਜਿਸ ਦੇ ਉੱਪਰ ਪਿਤਾ ਗੁਰਦੇਵ ਜੀ ਕੇ ਜੋ ਪਵਿੱਤਰ ਸੀਸ ਆਏ ਹਨ, ਉਸ ਨੂੰ ਆਪਾਂ ਨੇ ਇਸ ਸਥਾਨਪੁਰ ਲਿਆਉਣਾ ਹੈ ਜੀ। ਕੰਚਨ ਪੁਸਪ ਆਦ ਸਭ ਕਰੀਐ, ਚੰਦਨ ਚਾਰ ਲਿਆਏ ਤਤਕਾਲ। ਸੋਨੇ ਦੇ ਫੁੱਲ, ਹੋਰ ਬਹੁਤ ਸਾਰੇ ਕੀਮਤੀ ਖੁਸ਼ਬੂਦਾਰ ਫੁੱਲ ਆਦਿਕ, ਇਹ ਸਾਰੀ ਸਮੱਗਰੀ ਜਿਤਨੀ ਵੀ ਹੈ, ਚੰਦਨ ਹੋ ਗਿਆ ਆਦਿਕ, ਇਹ ਸਾਰੀ ਵਸਤੂ ਜਿਹੜੀ ਹੈ ਨਾ, ਇਸ ਨੂੰ ਇਕੱਤਰ ਕਰੋ, ਕਿਉਂਕਿ ਹੁਣ ਮਹਾਰਾਜ ਜੀ ਕੇ ਪਵਿੱਤਰ ਸੀਸ ਦਾ ਸੰਸਕਾਰ ਹੋਣਾ ਹੈ। ਫੂਲਨ ਕੀ ਮਾਲਾ ਗਨ ਸਿਰਜੋ, ਪਸਮੰਬਰ ਲਿਓ ਮੋਲ ਵਿਸਾਲ। ਤੇ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਜੀ ਨੇ ਹੁਕਮ ਦਿੱਤੇ ਕਿ ਭਾਈ ਸਿੱਖੋ ਹੁਣ ਵੈਰਾਗ ਵਿੱਚ ਨਾ ਆਓ, ਹੁਣ ਰੁਦਨ ਆਦਿਕ ਨਾ ਕਰੋ, ਹੁਣ ਤੇ ਬਹੁਤ ਜਲਦੀ ਆਪ ਤਿਆਰੀ ਕਰੋ, ਸੋਹਣੇ ਫੁੱਲਾਂ ਦੀਆਂ ਮਾਲਾਵਾਂ ਤਿਆਰ ਕਰਵਾਓ, ਕੀਮਤੀ ਤੋਂ ਕੀਮਤੀ ਰੇਸ਼ਮੀ ਪਟੰਬਰ ਵਸਤਰ ਜਿਹੜੇ ਹਨ ਉਹ ਲੈ ਕਰਕੇ ਆਓ, ਤਾਂ ਜੋ ਆਪਾਂ ਸੁਚੱਜੇ ਢੰਗ ਨਾਲ ਪਿਤਾ ਗੁਰਦੇਵ ਜੀ ਕੇ ਪਵਿੱਤਰ ਸਰੀਰ ਦੀ ਇਹ ਸੇਵਾ ਕਰ ਸਕੀਏ ਜੀ। ਅਨਕ ਸੁਗੰਧਨ ਕਰੋ ਸਕੇਲਨ, ਜਵ ਤਿਲ ਕ੍ਰਿਤ ਸੰਚੀਐ ਜਾਲ। ਸੁਗੰਧੀਦਾਰ ਪਦਾਰਥ ਜਿਵੇਂ ਹਨ, ਜਿਵੇਂ ਘਿਓ ਆਦਿਕ ਹੁੰਦਾ ਹੈ, ਕ੍ਰਿਤ ਤਿਲ ਆਦਿਕ, ਜਾਂ ਹੋਰ ਸੁਗੰਧੀਦਾਰ ਜਿਤਨੀ ਵੀ ਸਮੱਗਰੀ ਹੈ, ਜਿਵੇਂ ਚੰਦਨ ਦੀ ਲੱਕੜ ਆਦਿਕ ਹੋ ਗਈ, ਸੋ ਇਹ ਸਾਰੀ ਧੂਪ ਸਮੱਗਰੀ ਜਿਤਨੀ ਵੀ ਹੈ ਇਹ ਇਕੱਤਰ ਕੀਤੀ ਜਾਏ ਜੀ। ਸੁਨ ਗੁਰ ਹੁਕਮ ਪਠਾਏ ਨਰਗਨ, ਬੜੇ ਨਗਰ ਤੇ ਆਨੋ ਭਾਲ। ਮਹਾਰਾਜ ਜੀ ਕਾ ਹੀ ਵਸਾਇਆ ਹੋਇਆ ਇਹ ਨਗਰ ਆਨੰਦਪੁਰ ਜੀ ਦੇ ਅੰਦਰ ਵੱਡੇ ਬਾਜ਼ਾਰ ਮਹਾਰਾਜ ਨੇ ਸਜਵਾਏ ਸਨ। ਸੋ ਇਸ ਨਗਰ ਵਿੱਚੋਂ ਹੁਣ ਭਾਲ ਕਰਕੇ ਗੁਰੂ ਕੇ ਸਿੱਖ ਗੁਰੂ ਹੁਕਮਾਂ ਦੇ ਨਾਲ ਲਿਆ ਰਹੇ ਨੇ। ਜਿਵੇਂ ਇਹ ਸਾਰੀ ਤਿਆਰੀ ਹੋ ਰਹੀ ਹੈ ਤੇ ਜਿਵੇਂ ਹੁਣ ਮਹਾਰਾਜ ਜੀ ਕਾ ਸੀਸ ਆਵੇਗਾ, ਉਹ ਸਾਰਾ ਬਿਰਤਾਂਤ ਭਾਈ ਸੰਤੋਖ ਸਿੰਘ ਸਾਹਿਬ ਜੀ ਅੱਗੇ ਇਉਂ ਲਿਖਦੇ ਹਨ। ਦੋਹਰਾ ਇਮ ਤਿਆਰੀ ਸਤਿਗੁਰ ਕਰੀ, ਸਰਬ ਭਾਂਤ ਕੀ ਜੋਏ। ਉਤ ਤੇ ਲੈ ਕੀ ਰਤਪੁਰੇ, ਪਹੁੰਚਿਓ ਸਿੱਖ ਗੁਰ ਸੋਏ। ਇਸ ਵਿਧਨਾ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਨੇ ਸ਼੍ਰੀ ਅਨੰਦਪੁਰ ਸਾਹਿਬ ਆਪਣੇ ਸਿੱਖਾਂ ਨੂੰ ਹੁਕਮ ਦੇ ਕਰਕੇ ਤੇ ਸਾਰੀ ਸੋਚ ਸਮੱਗਰੀ ਇਕੱਤਰ ਕਰਵਾ ਲਈ ਹੈ। ਮਹਾਰਾਜ ਜੀ ਨੂੰ ਪਤਾ ਹੈ ਵੀ ਹੁਣ ਜੋ ਪਵਿੱਤਰ ਸੀਸ ਆ ਰਿਹਾ ਹੈ ਉਸ ਦਾ ਸੰਸਕਾਰ ਕਰਨਾ ਹੈ। ਸਰਬ ਭਾਂਤ ਕੀ ਜੋਏ, ਸਾਰੀ ਸਮੱਗਰੀ ਸਾਰੇ ਪੱਖ ਤੋਂ ਮਹਾਰਾਜ ਨੇ ਤਿਆਰੀ ਕਰਵਾਈ। ਉਧਰ ਦੂਸਰੇ ਪਾਸੇ ਭਾਈ ਸੰਤੋਖ ਸਿੰਘ ਜ਼ਿਕਰ ਕਰਦੇ ਹਨ ਕਿ ਜਿਹੜਾ ਸਿੱਖ ਸੀਸ ਲੈ ਕਰਕੇ ਆ ਰਿਹਾ ਸੀ, ਉਹਦਾ ਸੁਨੇਹਾ ਮਿਲਿਆ ਹੈ ਕਿ ਉਹ ਹੁਣ ਕੀਰਤਪੁਰ ਦੇ ਸਥਾਨ ਤੇ ਪਹੁੰਚ ਗਿਆ ਹੈ ਜੀ। ਦੋਹਰਾ ਗੁਜਰੀ ਜੁਤ ਸ੍ਰੀ ਨਾਨਕੀ,
ਤਿਨ ਡਿਗ ਸਤਿਗੁਰ ਜਾਏ। ਕਿਤ ਸੰਸਕਾਰੈ ਗੁਰੂ ਸਿਰ ਬੂਝਿਓ ਜਿਮ ਬਣ ਆਏ। ਫਿਰ ਅੱਗੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਜਿਸ ਵਕਤ ਮਹਾਰਾਜ ਜੀਆਂ ਨੂੰ ਇਹ ਸੁਨੇਹਾ ਮਿਲਿਆ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਿਤਾ ਗੁਰਦੇਵ ਜੀ ਕੇ ਇਕੱਲੇ ਸੀਸ ਕੀਰਤਪੁਰ ਸਾਹਿਬ ਪਹੁੰਚੇ ਹਨ। ਵੈਸੇ ਤੇ ਇਹ ਵੀ ਮੈਂ ਬੇਨਤੀ ਕਰਾਂਗਾ ਗੁਰਮੁਖੋ, ਬਹੁਤ ਵੱਡੀ ਬਾਤ ਹੈ। ਆਮ ਕਹਿ ਦੇਣਾ ਬੜਾ ਸੌਖਾ ਹੁੰਦਾ ਹੈ। ਕੁਰਬਾਨੀ ਹੈ ਸਤਿਗੁਰੂ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਜੀ ਦੀ ਏਡੀ ਛੋਟੀ ਆਰਬਲਾ ਦੇ ਅੰਦਰ ਪਿਤਾ ਜੀ ਦੇ ਸਰੀਰ ਦੇ ਦਰਸ਼ਨ ਕਰ ਰਹੇ ਹਨ। ਇੱਕ ਕੇਵਲ ਸੀਸ ਹੈ, ਕੇਵਲ ਸੀਸ, ਇਸ ਤੋਂ ਵੱਧ ਕੇ ਨਹੀਂ। ਸੋ ਇੱਕ ਵੱਡਾ ਤਪ ਹੈ ਉਹਨਾਂ ਦਾ, ਵੱਡੀ ਕਮਾਈ ਹੈ ਜੋ ਇਹ ਸਭ ਕੁਝ ਆਪ ਸਹਾਰ ਰਹੇ ਨੇ, ਵਰਨਾ ਸੰਸਾਰੀਆਂ ਦੇ ਲਈ ਇਹ ਕੰਮ ਬਹੁਤ ਔਖਾ ਹੁੰਦਾ। ਸੋ ਹੁਣ ਜਿਸ ਵਕਤ ਸਤਿਗੁਰੂ ਜੀ ਕੇ ਸੀਸ ਆਏ, ਸਿੱਖ ਨੇ ਆ ਕੇ ਸੁਨੇਹਾ ਦਿੱਤਾ ਕਿ ਮਹਾਰਾਜ ਜਿਹੜਾ ਸਿੱਖ ਸੇਵਾ ਕਰ ਰਿਹਾ ਸੀ ਦਿੱਲੀ ਤੋਂ ਸੀਸ ਲੈ ਕਰਕੇ ਆਇਆ ਹੈ, ਦੁਰੇਡੇ ਸਫ਼ਰ ਕਰਕੇ ਕੁਝ ਥੱਕਿਆ ਵੀ ਹੋਇਆ ਹੈ, ਕੁਝ ਸਹਿਮਿਆ ਵੀ ਹੋਇਆ, ਕਿਉਂਕਿ ਹਕੂਮਤ ਦਾ ਡਰ ਵੀ ਸੀ। ਸੋ ਇਸ ਵਕਤ ਤੋਂ ਕੀਰਤਪੁਰ ਪਹੁੰਚ ਚੁੱਕੇ ਨੇ ਤੇ ਹੁਣ ਅੱਗੇ ਆਪ ਜੀ ਹੁਕਮ ਬਖਸ਼ੋ ਕਿ ਮਹਾਰਾਜ ਜੀ ਦਾ ਕੀ ਹੁਕਮ ਹੈ। ਉਸੇ ਵੇਲੇ ਸਿੱਖ ਨੂੰ ਸੁਨੇਹਾ ਦਿੱਤਾ ਜਾਏਗਾ। ਮਹਾਰਾਜ ਫਿਰ ਉਸੇ ਵਕਤ ਹੀ ਆਪਣੇ ਸਤਿਕਾਰਯੋਗ ਦਾਦੀ ਮਾਤਾ ਨਾਨਕੀ ਜੀ ਕੇ ਪਾਸ ਤੇ ਆਪਣੇ ਮਾਤਾ ਗੁਜਰ ਕੌਰ ਜੀ ਕੇ ਪਾਸ ਪਹੁੰਚਦੇ ਹਨ ਤੇ ਮਾਤਾ ਜੀਆਂ ਦੇ ਨਾਲ ਜਾ ਕੇ ਵਾਰਤਾਲਾਪ ਗੱਲਬਾਤ ਕਰਦੇ ਹਨ। ਕਹਿਣ ਲੱਗੇ, ਮਾਤਾ ਜੀ, ਜੋ ਸੁਨੇਹਾ ਹੁਣੇ ਸਾਨੂੰ ਮਿਲਿਆ ਹੈ ਕਿ ਆਪਣੇ ਪਿਤਾ ਜੀ ਪਿਤਾ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੁਹਾਡੇ ਸੁਪੁੱਤਰ ਜਿਨ੍ਹਾਂ ਦੇ ਸੀਸ ਸਿੱਖ ਕੀਰਤਪੁਰ ਸਾਹਿਬ ਲੈ ਕਰਕੇ ਪਹੁੰਚ ਚੁੱਕੇ ਹਨ। ਅੱਗੇ ਜਿਵੇਂ ਆਪ ਹੁਕਮ ਕਰੋ ਮਹਾਰਾਜ ਜੀ ਕਿ ਜੇ ਪਵਿੱਤਰ ਸੀਸ ਦਾ ਸੰਸਕਾਰ ਹੈ ਉਹ ਕਿਸ ਥਾਂ ਤੇ ਕੀਤਾ ਜਾਣਾ ਹੈ, ਕਿਉਂਕਿ ਇਹ ਵੀ ਇੱਕ ਵਿਚਾਰ ਦਾ ਵਿਸ਼ਾ ਹੈ। ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਆਪਣੇ ਪਿਤਾ ਜੀ ਤੇ ਮਾਤਾ ਨਾਨਕੀ ਜੀ ਆਪਣੇ ਪੁੱਤਰ ਤੇ ਮਾਤਾ ਗੁਜਰ ਕੌਰ ਜੀ ਆਪਣੇ ਪਤੀ ਕਿਸ ਥਾਂ ਤੇ ਹੁਕਮ ਦਿੰਦੇ ਨੇ, ਕਿਸ ਥਾਂ ਤੇ ਸੀਸ ਦਾ ਸੰਸਕਾਰ ਹੋਣਾ ਹੈ। ਹੁਣ ਤਿੰਨੇ ਰਲ ਕਰਕੇ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਦੋਨਾਂ ਮਤਾਵਾਂ ਸੰਗ ਬੈਠ ਕਰਕੇ ਇਹ ਵਿਚਾਰ ਕਰ ਰਹੇ ਹਨ। ਵਿਚਾਰ ਕਰਕੇ ਫਿਰ ਜੋ ਫੈਸਲਾ ਹੁੰਦਾ ਹੈ ਜੀ, ਸਵਈਆ ਬ੍ਰਿੰਦ ਮਸੰਦ ਕਯੋ ਗੁਰਬੰਦ ਗੁਰ ਹਰ ਗੋਬਿੰਦ ਜੀ ਸੰਸਕਾਰੇ। ਫਿਰ ਜਿਸ ਵਕਤ ਇਹ ਵਿਚਾਰ ਚੱਲ ਰਹੀ ਸੀ ਨਾ, ਜਿਹੜੇ ਮਸੰਦ ਮਹਾਰਾਜ ਜੀ ਕੇ ਘਰ ਸੇਵਾ ਕਰਿਆ ਕਰਦੇ ਸਨ ਉਹ ਵੀ ਉਸ ਵਕਤ ਮਹਾਰਾਜ ਜੀ ਕੀ ਹਜ਼ੂਰੀ ਵਿੱਚ ਪਾਸ ਨੇ, ਕਿਉਂਕਿ ਜਿਸ ਵਕਤ ਇਹ ਪਤਾ ਲੱਗਾ ਨਾ ਗੁਰਮੁਖੋ ਕਿ ਸਤਿਗੁਰੂ ਜੀ ਕੀ ਸ਼ਹਾਦਤ ਹੋ ਗਈ ਹੈ ਤੇ ਸੀਸ ਦਿੱਲੀ ਤੋਂ ਇੱਥੇ ਪਹੁੰਚ ਚੁੱਕੇ ਨੇ, ਤੇ ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਮਸੰਦ ਉਸੇ ਵਕਤ ਹੀ ਮਹਾਰਾਜ ਜੀ ਕੇ ਘਰ ਇਕੱਠੇ ਹੋ ਗਏ। ਭੀੜਾਂ ਲੱਗ ਗਈਆਂ ਕਿਉਂਕਿ ਸੰਗਤਾਂ ਦੇ ਪ੍ਰੇਮ ਸਨ ਮਹਾਰਾਜ ਜੀ ਕੇ ਸਾਥ। ਤੇ ਦੂਸਰਾ, ਸਾਰੀ ਸੰਗਤ ਨੂੰ ਪਤਾ ਸੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਧਰਮ ਦੀ ਰਾਖੀ ਦੇ ਲਈ ਖੁਦ ਇਹ ਕਾਰਜ ਕਰ ਰਹੇ ਨੇ, ਨਿਸ਼ਚੈ ਹੀ ਇਹ ਬਹੁਤ ਵੱਡਾ ਇੱਕ ਬਲੀਦਾਨ, ਇੱਕ ਕਾਰਜ ਹੈ, ਮਹਾਰਾਜ ਜੀ ਕੀ ਇੱਕ ਕੁਰਬਾਨੀ ਹੈ। ਸੋ ਸੰਗਤ ਹਰ ਵਕਤ ਮਹਾਰਾਜ ਜੀ ਕੇ ਘਰ ਇਕੱਤਰ ਰਹਿੰਦੀ ਹੈ। ਹੁਣ ਬਹੁਤ ਵੱਡੀ ਭੀੜ ਹੋ ਚੁੱਕੀ ਹੈ, ਬਹੁਤ ਸਾਰੇ ਨਿੱਜੀ ਮਸੰਦ ਇਕੱਤਰ ਹੋ ਕਰਕੇ ਆਏ। ਧੰਨ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗੇ ਕਿ ਵੇਖੋ, ਜਿਸ ਥਾਂ ਤੇ ਸਿੱਖ ਸੀਸ ਲੈ ਕਰਕੇ ਆਇਆ ਸ਼੍ਰੀ ਕੀਰਤਪੁਰ ਸਾਹਿਬ, ਉਹ ਵੀ ਕੋਈ ਆਮ ਥਾਂ ਨਹੀਂ ਹੈ। ਆਪ ਜੀ ਕੇ ਦਾਦਾ ਗੁਰਦੇਵ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੇ ਪਵਿੱਤਰ ਸਰੀਰ ਦਾ ਸੰਸਕਾਰ ਵੀ ਉਸੇ ਸਥਾਨ ਤੇ ਹੋਇਆ ਹੈ ਜੀ। ਤਾਂ ਦਿਨ ਤੇ ਗਨ ਸੋਢੀਆਂ ਬੰਸ ਸਬੈਪੁਰ ਕੀਰਤ ਕੇਰ ਮਜਾਰੇ। ਤੇ ਮਹਾਰਾਜ ਜੀਆਂ ਨੇ ਆਪ ਇਸ ਨਗਰ ਨੂੰ ਵਸਾਇਆ ਹੈ ਤੇ ਉਦੋਂ ਤੋਂ ਲੈ ਕਰਕੇ ਹੁਣ ਤੱਕ ਆਪਣੇ ਸੋਢੀਆਂ ਦੇ ਬਹੁਤ ਸਾਰੇ ਪਰਿਵਾਰ ਵੰਸ਼, ਜਿਵੇਂ ਬਾਬਾ ਸੂਰਜਮਲ ਜੀ ਅੱਗੇ ਉਹਨਾਂ ਦੇ ਪੁੱਤਰ ਆਦਿ ਬਹੁਤ ਸਾਰੇ ਸੋਢੀ ਜਿਹੜੇ ਹਨ ਉਸ ਨਗਰ ਵਿੱਚ ਵਸਦੇ ਹਨ। ਜੋ ਮਰਜੀ ਅਬ ਰਾਵਰ ਕੀ ਕਰੀਏ ਤਿਮ ਆਛਿਜ ਬੁੱਧ ਵਿਚਾਰੇ। ਨਾਲ ਹੀ ਇਹ ਬੇਨਤੀ ਕਰਦੇ ਹਨ ਕਿ ਮਹਾਰਾਜ ਅਸੀਂ ਤੇ ਕੇਵਲ ਬੇਨਤੀ ਕਰਦੇ ਹਾਂ, ਕੇਵਲ ਆਪ ਜੀਆਂ ਦੇ ਅੱਗੇ ਅਰਜ਼ ਕਰਦੇ ਹਾਂ ਵੀ ਜੇ ਠੀਕ ਸਮਝੋ ਤੇ ਪਿਤਾ ਗੁਰਦੇਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਜੋ ਸੀਸ ਆਏ ਹਨ ਉਹਨਾਂ ਦੇ ਸੰਸਕਾਰ ਵੀ ਉਸੇ ਥਾਂ ਤੇ ਕਰ ਦਿੰਦੇ ਆ ਜਿਸ ਥਾਂ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾਏ ਸਨ, ਕਿਉਂਕਿ ਉਹ ਵੱਖਰਾ ਸਥਾਨ, ਉਸ ਥਾਂ ਤੇ ਆਪਨੇ ਕਦੇ ਦਰਸ਼ਨ ਕੀਤੇ ਹੁਣ ਗੁਰਦੁਆਰਾ ਪਤਾਲਪੁਰੀ। ਸੋ ਜੇਕਰ ਆਪ ਠੀਕ ਸਮਝੋ ਤੇ ਇਹ ਇੱਕ ਆਪਣੇ ਵੱਲੋਂ ਰਾਏ ਦਿੱਤੀ ਹੈ ਮਸੰਦਾਂ ਨੇ ਇਕੱਤਰ ਹੋ ਕਰਕੇ, ਨਾਲ ਇਹ ਵੀ ਕਹਿ ਦਿੱਤਾ ਜੋ ਮਰਜੀ ਅਬਰਾਵਰ ਕੀ ਕਰੀਏ, ਜਿਵੇਂ ਮਹਾਰਾਜ ਆਪ ਜੀ ਕੀ ਮਰਜ਼ੀ ਹੋਵੇ ਤੇ ਮੈਂ ਅੱਛਾ ਬੁੱਧ ਵਿਚਾਰ ਉਸੇ ਤਰ੍ਹਾਂ ਆਪ ਆਪਣਾ ਫੈਸਲਾ ਵੀ ਸੰਗਤ ਨੂੰ ਸੁਣਾ ਦੇਵੋ ਜੀ। ਸ੍ਰੀ ਗੁਜਰੀ ਸੁਨ ਕੇ ਤਿਨ ਤੇ ਨੈ ਮਾਨਤ ਪੀ ਮੁਖ ਬਾਕੀ ਉਚਾਰੇ। ਲੇਕਿਨ ਜਿਵੇਂ ਹੀ ਇਹਨਾਂ ਮਸੰਦਾਂ ਨੇ ਮਹਾਰਾਜ ਜੀ ਕੇ ਨਾਲ ਇਹ ਬਾਤ ਕੀਤੀ, ਮਹਾਰਾਜ ਤੇ ਅਜੇ ਸੁਣ ਰਹੇ ਸਨ,
ਪਾਸ ਖੜੇ ਹੋਏ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਨੇ ਇਹ ਬਾਤ ਸੁਣੀ ਤੇ ਨਾਲ ਉਸੇ ਵਕਤ ਹੀ ਆਪਣੇ ਮੁਖ ਤੋਂ ਕਹਿ ਦਿੱਤਾ ਕਿ ਨਹੀਂ ਭਾਈ, ਅਸੀਂ ਪਤੀ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸੀਸ ਦਾ ਜੋ ਸੰਸਕਾਰ ਹੈ ਉਹ ਸਥਾਨਪੁਰ ਨਹੀਂ ਕਰਨਾ ਹੈ ਜੀ। ਔਰਨ ਕੋ ਨ ਰਚਿਓ ਪੁਰ ਕੋ, ਇਸ ਕਾਰਨ ਤੇ ਲੈ ਸੰਸਕਾਰੇ। ਔਰਨ ਕੋ ਨੈ ਭਾਵ ਉਸ ਵਕਤ ਜਿਸ ਵਕਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਉਸ ਸਥਾਨ ਤੇ ਸੰਸਕਾਰ ਹੋਇਆ, ਜਾਂ ਉਸ ਸਥਾਨ ਤੇ ਮਹਾਰਾਜ ਜੀ ਜੋਤੀ ਜੋਤ ਸਮਾਏ, ਉਹਨਾਂ ਵੇਲਿਆਂ ਦੇ ਕਾਰਨ ਕੁਝ ਹੋਰ ਸਨ, ਕਿਉਂਕਿ ਉਦੋਂ ਇਹ ਨਗਰ ਵਸਿਆ ਹੈ, ਜਾਂ ਜਿਸ ਵਕਤ ਮਹਾਰਾਜ ਜੀ ਹਕੂਮਤ ਨਾਲ ਜੰਗਾਂ ਕਰਕੇ ਸਥਾਨ ਤੇ ਆਏ ਨੇ, ਕੁਝ ਇਤਿਹਾਸ ਦੇ ਵੱਖਰੇ ਕਾਰਨ ਮਿਲਦੇ ਨੇ। लेकिन ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ का जो ਸੀਸ ਆਇਆ ਹੈ, ਮਾਤਾ ਗੁਜਰ ਕੌਰ ਜੀ की ਰਾਏ ਹੈ ਵੀ ਇਸ ਨੂੰ ਸ਼੍ਰੀ ਅਨੰਦਪੁਰ ਸਾਹਿਬ ਵੀ ਲਿਆਂਦਾ ਜਾਏ। ਸੋ ਇਸ ਕਰਕੇ ਮਾਤਾ ਜੀਆਂ ਨੇ ਇਹ ਬਚਨ ਕੀਤੇ ਹਨ ਤੇ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਇਹਨਾਂ ਬਚਨਾਂ ਨੂੰ ਮੰਨਦੇ ਹਨ। ਇਹ ਜਿਸ ਕਾਲ ਲਈ ਗੁਰ ਤਾ ਤਜ, ਪੂਰਬ ਬਾਸ ਉਠੇ ਉਰ ਤਾਰੇ। ਕਿਉਂਕਿ ਮਾਤਾ ਜੀ ਕਹਿਣ ਲੱਗੇ ਕਿ ਅਸਲ ਬਾਤ ਇਹ ਹੈ ਕਿ ਜਿਸ ਵਕਤ ਪਿਤਾ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰਤਾ ਗੱਦੀ ਆਪਣੇ ਪੋਤਰੇ ਗੁਰੂ ਹਰਰਾਏ ਸਾਹਿਬ ਜੀ ਨੂੰ ਬਖਸ਼ੀ ਸੀ ਤੇ ਆਪ ਉਹ ਕੁਝ ਦਿਨਾਂ ਦੇ ਲਈ ਇਕਾਂਤਵਾਸ ਹੋ ਗਏ ਸਨ। ਉਸ ਤੋਂ ਬਾਅਦ ਹੀ ਕੁਝ ਸਮੇਂ ਤੋਂ ਬਾਅਦ ਸਾਡੇ ਪਤੀ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਸ ਨਗਰ ਤੋਂ ਆਪ ਆ ਗਏ ਸਨ। ਜਿਵੇਂ ਅਸੀਂ ਇਤਿਹਾਸ ਪੜ੍ਹਦੇ ਹਾਂ ਨਾ, ਮਹਾਰਾਜ ਕੀਰਤਪੁਰ ਸਾਹਿਬ ਤੋਂ ਚੱਲ ਕਰਕੇ ਬਕਾਲੇ ਆ ਟਿਕੇ। ਪਤੀ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਮਾਤਾ ਗੁਜਰ ਕੌਰ ਜੀਆਂ ਨੂੰ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਮਾਤਾ ਨਾਨਕੀ ਜੀ ਨੂੰ ਹੁਕਮ ਦਿੱਤੇ। ਸੋ ਇਸ ਕਰਕੇ ਕਿ ਮਹਾਰਾਜ ਆਪ ਗੁਰੂ ਹੁਕਮ ਪਾਉਣ ਤੋਂ ਬਾਅਦ ਉਸ ਸਥਾਨ ਤੇ ਫਿਰ ਬਾਅਦ ਵਿੱਚ ਵਸੇ ਨਹੀਂ, ਕਿਉਂਕਿ ਬਾਅਦ ਵਿੱਚ ਬਕਾਲੇ ਆ ਗਏ ਤੇ ਬਕਾਲੇ ਤੋਂ ਅੱਗੇ ਫਿਰ ਇਧਰ ਅਨੰਦਪੁਰ ਸਾਹਿਬ ਵਸੇਬਾ ਹੁੰਦਾ। ਇਸ ਲਈ ਮਹਾਰਾਜ ਨੂੰ ਉਹ ਸਥਾਨ ਜਿਹੜਾ ਹੈ, ਭਾਵੇਂ ਕਿ ਪਿਤਾ ਗੁਰਦੇਵ ਜੀ ਦਾ ਉਹ ਸਥਾਨ ਹੈ, ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਮਹਾਰਾਜ ਉਸ ਸਥਾਨ ਵੱਲ ਬਹੁਤਾ ਨਹੀਂ ਗਏ, ਕਿਉਂਕਿ ਕੁਝ ਸੋਢੀਆਂ ਦੀ ਵਿਰੋਧਤਾ ਸੀ। ਤੇ ਜੇ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣਾ ਸੀਸ ਦਾ ਬਲੀਦਾਨ ਦੇ ਚੁੱਕੇ ਹਨ ਤੇ ਅਸੀਂ ਉਸ ਸਥਾਨ ਤੇ ਸੰਸਕਾਰ ਨਹੀਂ ਕਰਾਂਗੇ ਮਹਾਰਾਜ ਜੀ ਕੇ ਆਪਣੇ ਵਸਾਏ ਹੋ ਨਗਰ ਵਿੱਚ ਹੀ ਇਹ ਕਾਰਜ ਹੋਵੇਗਾ ਜੀ। ਈਰਖਾ ਧਾਰ ਸਰੀਕ ਰਹਿ, ਇਹ ਠੀਕ ਨਹੀਂ ਪਰ ਹੈ ਵਿਚਰਾਰੇ। ਤੇ ਮਾਤਾ ਜੀਆਂ ਨੇ ਕਿਹਾ ਕਿ ਸਲਾਹ ਤੁਹਾਡੀ ਠੀਕ ਹੈ, ਲੇਕਿਨ ਸਾਨੂੰ ਲੱਗਦਾ ਹੈ ਕਿ ਜਿਸ ਸਥਾਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀਵਨ ਕਾਲ ਵਿੱਚ ਬਹੁਤਾ ਨਹੀਂ ਵਿਚਰੇ, ਹੁਣ ਸਾਨੂੰ ਮਹਾਰਾਜ ਜੀ ਕੇ ਸਰੀਰ ਛੱਡਣੋਂ ਉਪਰੰਤ ਜਿਹੜਾ ਪਵਿੱਤਰ ਸੀਸ ਦਾ ਸੰਸਕਾਰ ਹੈ ਵੀ ਉੱਥੇ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹਦੇ ਕੁਝ ਹੋਰ ਵੀ ਕਾਰਨ ਨੇ। ਕਹੇ ਜੇ ਇਤਿਹਾਸ ਦੇ ਪਿਛੋਕੜ ਵਿੱਚ ਜਾਵਾਂਗੇ ਨਾ ਤੇ ਬਰੀਕ ਬਾਤਾਂ ਹੋਰ ਬਹੁਤ ਨਿਕਲਦੀਆਂ ਨੇ, ਕਿਉਂਕਿ ਸੋਢੀ ਮਹਾਰਾਜ ਜੀ ਕੇ ਸਮੇਂ ਬਹੁਤ ਈਰਖਾ ਵੀ ਕਰਦੇ ਰਹੇ। ਜਿਵੇਂ ਧੀਰਮਲ ਆਦਿ ਇਹਨਾਂ ਨੇ ਮਹਾਰਾਜ ਜੀਆਂ ਤੇ ਗੋਲੀਆਂ ਵੀ ਚਲਾਈਆਂ। ਮਹਾਰਾਜ ਨੇ ਆਪ ਇੱਕ ਸਮੇਂ ਕਿਹਾ ਵੀ ਸੀ ਵੀ ਅਸੀਂ ਹੁਣ ਕੀਰਤਪੁਰਨੀ ਪੂਰਬ ਦੇਸ਼ ਦੇ ਪ੍ਰਚਾਰ ਦੌਰੇ ਤੇ ਚੱਲਦੇ ਹਾਂ, ਕੁਝ ਸਮਾਂ ਇਹਨਾਂ ਤੋਂ ਪਾਸਾ ਕਰ ਲੈਂਦੇ ਹਾਂ ਤਾਂ ਜੋ ਇਹਨਾਂ ਦੇ ਅੰਦਰ ਈਰਖਾ ਦੀ ਬਲਦੀ ਹੋਈ ਕੋਈ ਅੱਗ ਸ਼ਾਂਤ ਹੋ ਜਾਏਗੀ। ਚਲੋ ਉਹ ਇੱਕ ਸਮਾਂ ਸੀ, ਅਸੀਂ ਉਸ ਸਮੇਂ ਨੂੰ ਇਸ ਸਮੇਂ ਨਾਲ ਨਹੀਂ ਟੁਕਾ ਸਕਦੇ, ਲੇਕਿਨ ਮਾਤਾ ਜੀਆਂ ਨੇ ਆਪਣੇ ਪੱਖ ਤੋਂ ਇੱਕ ਬਾਤ ਕਹੀ ਹੈ ਕਿ ਸਾਡੇ ਪਤੀ ਗੁਰਦੇਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਸ ਸਥਾਨ ਤੇ ਬਹੁਤਾ ਰੁਕਣਾ ਉਹਨਾਂ ਨੂੰ ਭਾਉਂਦਾ ਨਹੀਂ ਸੀ। ਇਸ ਕਰਕੇ ਹੁਣ ਭਾਵੇਂ ਉਹ ਸਰੀਰ ਕਾਲ ਦੇ ਅੰਦਰ ਨਹੀਂ ਹਨ, ਕੇਵਲ ਸੀਸ ਆਇਆ ਹੈ, ਪਰ ਸਾਨੂੰ ਲੱਗਦਾ ਹੈ ਕਿ ਜੋ ਉਹਨਾਂ ਦੀ ਮੌਤ ਸੀ, ਜਿਸ ਸਥਾਨ ਤੇ ਉਹਨਾਂ ਦਾ ਆਪਣਾ ਆਨੰਦ ਸੀ, ਜੋ ਸਥਾਨ ਉਹਨਾਂ ਨੇ ਵਸਾਇਆ ਹੈ, ਇਸੇ ਸਥਾਨ ਤੇ ਹੀ ਉਹਨਾਂ ਦੇ ਸੀਸ ਦਾ ਸੰਸਕਾਰ ਹੋਵੇ ਜੀ। ਸ਼ਾਂਤ ਸਰੂਪ ਅਨੂਪ ਸਦਾ ਇਤ, ਆਵਤ ਤੇ ਸੁਭ ਥਾਨ ਨਿਹਾਰੇ। ਕਿਉਂਕਿ ਜਿਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸਥਾਨ ਤੇ ਆਏ ਸਨ, ਹੁਣ ਸੁਭਾਵਿਕ ਜੀ ਬਾਤ ਹੈ ਗੁਰਮੁਖੋ, ਕਿਉਂਕਿ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਕੇ ਜੀਵਨ ਦੀ ਬਾਤ ਕਰਾਂਗੇ ਤੇ ਉਹਨਾਂ ਦੇ ਪ੍ਰਕਾਸ਼ ਪੁਰਬ ਤੇ ਪ੍ਰਕਾਸ਼ ਜੋ ਹਨ ਉਹ ਪਟਨੇ ਦੀ ਧਰਤੀ ਤੇ ਹੋਏ। ਲੇਕਿਨ ਉਸ ਤੋਂ ਪਹਿਲਾਂ ਦੋਨੋਂ ਮਾਤਾਵਾਂ ਮਾਤ ਗੁਜਰ ਕੌਰ ਜੀ, ਮਾਤਾ ਨਾਨਕੀ ਜੀ ਮਹਾਰਾਜ ਜੀ ਕੇ ਸਾਥ ਵਿਚਰਦੇ ਰਹੇ ਨੇ। ਤੇ ਜਿਸ ਵਕਤ ਮਹਾਰਾਜ ਜੀਆਂ ਨੇ ਇਹ ਥਾਂ ਭਾਲੀ ਹੈ, ਇਸ ਸਥਾਨ ਨੂੰ ਖਰੀਦਿਆ ਹੈ, ਇਸ ਥਾਂ ਤੇ ਇਹ ਨਗਰ ਵਸਾਇਆ ਹੈ ਤੇ ਇਸ ਥਾਂ ਤੇ ਆਪਣੀ ਖੁਸ਼ੀ ਪ੍ਰਗਟ ਕੀਤੀ ਹੈ, ਮਾਤਾ ਜੀ ਉਹ ਸਮਿਆਂ ਨੂੰ ਸਭ ਅੱਖੀ ਵੇਖਦੇ ਨੇ, ਆਪ ਨਾਲ ਹੋ ਕਰਕੇ ਮਾਣਦੇ ਰਹੇ ਨੇ। ਇਸ ਕਰਕੇ ਮਾਤਾ ਜੀ ਜਾਣਦੇ ਨੇ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਇਸ ਥਾਂ ਤੇ ਬਹੁਤ ਖੁਸ਼ੀ ਹੈ। ਸ਼ਾਂਤ ਸਰੂਪ ਅਨੂਪ ਸਦਾ ਇਤ, ਬੜੇ ਟਿਕਾਊ ਸਹਿ ਤੇ ਸਥਾਨ ਤੇ ਬੈਠਦੇ ਸਨ, ਬਹੁਤ ਆਨੰਦ ਮਾਣਦੇ ਸਨ, ਬੜੀ ਬਖਸ਼ਿਸ਼ ਵਰਤਾਉਂਦੇ ਸਨ। ਆਵਤ ਪੇ ਸੁਭ ਥਾਨ ਨਿਹਾਰ, ਤੇ ਜਿਸ ਵਕਤ ਇਸ ਇਲਾਕੇ ਦੇ ਅੰਦਰ ਮਹਾਰਾਜ ਆਏ ਸਨ ਅਨੰਦਪੁਰ ਸਾਹਿਬ ਵਸਾਉਣ ਤੋਂ ਪਹਿਲਾਂ, ਉਦੋਂ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਹਿ ਦਿੱਤਾ ਸੀ ਕਿ ਇਹ ਅਸਥਾਨ ਸਾਨੂੰ ਬਹੁਤ ਭਾਉਂਦਾ ਹੈ ਜੀ। ਬ੍ਰਿੰਦ ਦਇਓ ਧਨ ਮੋਲ ਲਈ ਤਰ ਔਰ ਉਪਾਏ ਕਰੇ ਸਭ ਭਾਂਤੀ। ਤੇ ਨਾਲ ਹੀ ਮਾਤਾ ਜੀਆਂ ਨੇ ਇਹ ਵੀ ਬਚਨ ਕਹਿ ਕਿ ਦੇਖੋ ਜਿਸ ਸਥਾਨ ਨੂੰ ਸਤਿਗੁਰੂ ਜੀਆਂ ਨੇ ਆਪ ਖਰੀਦਿਆ ਹੋਵੇ,
ਕੁਦਰਤੀ ਤੌਰ ਤੇ ਗੁਰਮੁਖੋ ਇੱਕ ਪ੍ਰੇਮ ਹੁੰਦਾ ਹੈ। ਚਲੋ ਗੁਰੂ ਕੀ ਤੇ ਬਾਤ ਹੀ ਬਹੁਤ ਵੱਡੀ ਹੈ। ਉਦਾਹਰਨ ਦੇ ਤੌਰ ਤੇ ਅਸੀਂ ਸੰਸਾਰਿਕ ਜੀਵ ਹਾਂ। ਜੇ ਕਿਸੇ ਸਥਾਨ ਨੂੰ ਅਸੀਂ ਸਾਰੀ ਉਮਰ ਦਾ ਜ਼ੋਰ ਲਾ ਕਰਕੇ ਖਰੀਦ ਕੇ ਵਾਹ ਕੇ ਸਵਾਰ ਕੇ ਬਣਾਇਆ ਹੋਵੇ, ਮਨੁੱਖ ਦਾ ਉਸ ਸਥਾਨ ਨਾਲ ਇੱਕ ਪ੍ਰੇਮ ਬਣ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤੇ ਬਹੁਤ ਵੱਡੀ ਬਖਸ਼ਿਸ਼ ਦੇ ਮਾਲਕ ਹਨ। ਮਾਤਾ ਜੀ ਕਹਿਣ ਲੱਗੇ ਇਹ ਕੋਈ ਆਮ ਸਥਾਨ ਨਹੀਂ ਹੈ ਅਨੰਦਪੁਰ ਸਾਹਿਬ। ਬ੍ਰਿੰਦ ਦਿਓ ਧਨ, ਬਹੁਤ ਵੱਡਾ ਧਨ ਉਸ ਵਕਤ ਮਹਾਰਾਜ ਨੇ ਆਪਣੇ ਹੱਥੀ ਇਸ ਥਾਂ ਦਾ ਅਤਾ ਕੀਤਾ ਪਹਾੜੀ ਰਾਜਿਆਂ ਨੇ। ਮੋਲ ਲਈ ਧਰ, ਇਸ ਥਾਂ ਦਾ ਮੁੱਲ ਜਿਹੜਾ ਹੈ ਇਹ ਦੇ ਕਰਕੇ ਤੇ ਇਹ ਥਾਂ ਆਪ ਆਪਣੀ ਹਸਤੀ ਵਿੱਚ ਆਪਣੀ ਹਜ਼ੂਰੀ ਦੇ ਅੰਦਰ ਇਹ ਥਾਂ ਖਰੀਦੀ ਹੈ। ਔਰ ਉਪਾਏ ਕਰੇ ਸਭ ਕਾਰ। ਫਿਰ ਬਾਕੀ ਕੇਵਲ ਥਾਂ ਹੀ ਨਹੀਂ ਖਰੀਦੀ, ਇਸ ਥਾਂ ਨੂੰ ਆਬਾਦ ਕਰਨ ਦੇ ਲਈ, ਇਸ ਥਾਂ ਤੇ ਆਪਣੇ ਸੋਹਣੇ ਮੰਦਰ ਬਣਵਾਉਣ ਦੇ ਲਈ, ਸੋਹਣਾ ਦੇਸ਼ ਬਣਾਉਣ ਦੇ ਲਈ, ਸ਼੍ਰੀ ਅਨੰਦਪੁਰ ਸਾਹਿਬ ਦੀ ਰਚਨਾ ਕਰਨ ਦੇ ਲਈ ਮਹਾਰਾਜ ਨੇ ਆਪ ਇਸ ਥਾਨ ਤੇ ਬਹੁਤ ਖੁਸ਼ੀ ਪ੍ਰਗਟ ਕੀਤੀ ਹੈ ਜੀ। ਆਨੰਦ ਦਾਪਿਕ ਥਾਨ ਮਹਾਨ ਤਰਿਓ, ਤਬ ਨਾਮ ਪਖਿਓ ਬਖਿਆਤੀ। ਤੇ ਫਿਰ ਜਿਸ ਵਕਤ ਮਹਾਰਾਜ ਜੀਆਂ ਨੇ ਥਾਂ ਖਰੀਦ ਲਈ, ਇੱਥੇ ਆਪਣੇ ਸੁੰਦਰ ਮਹਿਲ ਬਣਵਾ ਲਏ, ਬਾਹਰ ਮਹਾਰਾਜ ਜੀਆਂ ਨੇ ਬਾਜ਼ਾਰ ਬਣਵਾ ਦਿੱਤੇ, ਸਾਰੇ ਕਾਰਜ ਸੰਪੂਰਨ ਹੋ ਗਏ, ਗੁਰੂ ਕੀ ਸੇਵਾ ਸੰਪੂਰਨ ਹੋਈ। ਫਿਰ ਮਹਾਰਾਜ ਜਿਸ ਵਕਤ ਇਸ ਸਥਾਨ ਤੇ ਬੈਠੇ, ਮਹਾਰਾਜ ਨੇ ਇਸ ਸਥਾਨ ਤੇ ਬੈਠ ਕਰਕੇ ਇੱਕ ਅਗੰਮੀ ਆਨੰਦ ਮਹਿਸੂਸ ਕੀਤਾ। ਕਿਉਂਕਿ ਅਨੰਦਪੁਰ ਨਾਮ ਐਵੇਂ ਨਹੀਂ ਪਿਆ, ਭਾਵੇਂ ਕਿ ਇਹਦੇ ਜਿਹੜੇ ਨਾਮ ਸਾਨੂੰ ਪਹਿਲਾਂ ਮਿਲਦੇ ਨੇ, ਮਾਖੋਵਾਲ ਦੀ ਧਰਤੀ ਜਾਂ ਚੱਕ ਨਾਨਕੀ ਨਗਰ ਦਾ ਨਾਮ ਤੋਂ ਵੀ ਇਹ ਸਾਨੂੰ ਦੇਸ਼ ਦਾ ਨਾਮ, ਇਸ ਨਗਰ ਦਾ ਨਾਮ ਮਿਲਦਾ, ਲੇਕਿਨ ਅਸਲ ਮਾਇਨੇ ਦੇ ਵਿੱਚ ਇਸ ਦੇਸ਼ ਨੂੰ, ਇਸ ਸਥਾਨ ਨੂੰ ਅਨੰਦਪੁਰ ਦਾ ਨਾਮ ਦਿੱਤਾ ਗਿਆ ਤੇ ਕੋਈ ਆਮ ਨਹੀਂ ਹੈ। ਮਾਤਾ ਜੀ ਕਹਿਣ ਲੱਗੇ ਜਿਸ ਵਕਤ ਸੇਵਾ ਸੰਪੂਰਨ ਕਰਵਾ ਕੇ ਸੋਹਣੇ ਮੰਦਰ ਬਣਵਾ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਆਪ ਇਸ ਸਥਾਨ ਤੇ ਬੈਠੇ ਸਨ, ਉਸ ਵਕਤ ਸੱਚਮੁੱਚ ਉਹ ਉਸ ਦਿਨ ਬਹੁਤ ਵੱਡੇ ਆਨੰਦ ਵਿੱਚ ਸਨ, ਬਹੁਤ ਅਗੰਮੀ ਆਨੰਦ ਵਿੱਚ ਸਨ। ਉਹ ਆਨੰਦ ਹੀ ਹੈ ਜਿਸ ਆਨੰਦ ਨੇ ਇਸ ਥਾਂ ਦਾ ਨਾਮ ਹੀ ਅਨੰਦਪੁਰ ਪ੍ਰਗਟ ਕਰ ਦਿੱਤਾ। ਇਹ ਕੋਈ ਆਮ ਥਾਂ ਨਹੀਂ ਹੈ ਗੁਰਮੁਖੋ। ਵੇਖੋ ਅੱਜ ਉਹ ਤਖਤ ਹੈ ਸਾਡਾ ਇੱਕ, ਉਹ ਬੜੀ ਵੱਡੀ ਬਖਸ਼ਿਸ਼ ਵਾਲੀ ਥਾਂ ਹੈ ਜਿਸ ਥਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਚੁਣਿਆ। ਸ਼ਾਂਤੀ ਦੀ ਮੂਰਤ, ਧੀਰਤਾ ਦੇ ਸੋਮੇ ਉਸ ਥਾਂ ਤੇ ਬੈਠ ਕਰਕੇ ਸਿਮਰਨ ਕਰਦੇ ਨੇ, ਉੱਥੇ ਆਨੰਦ ਪੈਦਾ ਕਰਦੇ ਨੇ ਤੇ ਪਿੱਛੋਂ ਫਿਰ ਉਹਨਾਂ ਦੇ ਸੁਪੁੱਤਰ ਉਸ ਥਾਂ ਨੂੰ ਅਨੰਦਪੁਰ ਦਾ ਕਿਲ੍ਹਾ ਬਣਾ ਦਿੰਦੇ ਨੇ, ਤਖਤ ਸ੍ਰੀ ਕੇਸਗੜ੍ਹ ਸਾਹਿਬ ਬਣਦਾ। ਸੋ ਆਨੰਦ ਕੋ ਪਿਖ ਥਾਨ ਮਹਾਨ ਧਰਿਓ, ਤਬ ਨਾਮ ਭਇਓ ਵਿਮਾਨ। ਆਨੰਦ ਵੇਖਿਆ, ਆਨੰਦ ਆਪਣੇ ਅੰਦਰੋਂ ਪ੍ਰਗਟ ਕੀਤਾ, ਆਨੰਦ ਇਸ ਥਾਂ ਤੇ ਪਾਇਆ ਤੇ ਅਖੀਰ ਆਪਣੇ ਹੀ ਮੁਖ ਤੋਂ ਇਸ ਥਾਂ ਨੂੰ ਅਨੰਦਪੁਰ ਦਾ ਨਾਮ ਮਹਾਰਾਜ ਨੇ ਦਿੱਤਾ ਹੈ ਜੀ। ਆਨ ਕਰੋ ਸੰਸਕਾਰ ਇਹਾਂ, ਬਿਰਦਾ ਤਿਨ ਮਾਤ ਬੜੀ ਬਿਲਲਾਤੀ। ਤੇ ਨਾਲ ਹੀ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਇਹ ਮਾਤਾ ਨਾਨਕੀ ਜੀ ਆਪ ਸੰਗ ਨੇ ਉਸ ਵਕਤ। ਇਸ ਵਕਤ ਵੀ ਤੁਹਾਨੂੰ ਬੇਨਤੀ ਕਰ ਰਹੇ ਨੇ, ਬਿਰਧ ਮਾਤਾ ਨੇ। ਹੁਣ ਕੁਦਰਤੀ ਤੌਰ ਤੇ ਜੇ ਕਿਤੇ ਉਸ ਸਮੇਂ ਦੇ ਐਨ ਵਿੱਚ ਵੜ ਕੇ ਵੇਖਾਂਗੇ ਨਾ ਗੁਰਮੁਖੋ, ਤੇ ਉਸ ਮਾਂ ਨੂੰ ਕਦੇ ਤੱਕ ਕੇ ਵੇਖਿਓ। ਭਾਵੇਂ ਅਸੀਂ ਕਹਿੰਦੇ ਹਾਂ ਗੁਰਮਤ ਮਨੁੱਖ ਦੇ ਅੰਦਰ ਨੂੰ ਬੜੀ ਹਿੰਮਤ ਦਿੰਦੀ ਹੈ, ਗੁਰਮਤ ਸਿਮਰਨ ਮਨੁੱਖ ਦੇ ਅੰਦਰ ਨੂੰ ਬੜੀ ਦ੍ਰਿੜਤਾ ਦਿੰਦਾ, ਬੜਾ ਸਾਹਸ ਦਿੰਦਾ, ਬੜਾ ਬਲਵਾਨ ਕਰਦਾ, ਲੇਕਿਨ ਫਿਰ ਵੀ ਆਪ ਕਦੇ ਤੱਕ ਕੇ ਵੇਖੋ ਕਿ ਇੱਕ ਮਾਂ ਜਿਸ ਦੇ ਪੁੱਤਰ ਦਾ ਕੇਵਲ ਸੀਸ ਆਇਆ ਹੈ, ਕੇਵਲ ਸੁਨੇਹਾ ਆਇਆ ਵੀ ਕੇਵਲ ਸੀਸ ਇੱਥੇ ਪਹੁੰਚਿਆ, ਉਹ ਮਾਂ ਆਪਣੇ ਆਪ ਨੂੰ ਕਿੱਦਾਂ ਉਸ ਵਕਤ ਰੋਕ ਰਹੀ ਹੋਵੇਗੀ। ਸੋ ਮਾਤਾ ਗੁਜਰ ਕੌਰ ਜੀ ਕਹਿ ਰਹੇ ਸਨ ਕਿ ਬਿਰਧ ਮਾਤਾ ਨਾਨਕੀ ਜੀ ਦਾ ਵੀ ਇਹੀ ਫੈਸਲਾ ਹੈ, ਉਹਨਾਂ ਨੇ ਵੀ ਇਹੀ ਫੈਸਲਾ ਦਿੱਤਾ। ਅਸੀਂ ਕਿਸੇ ਵੀ ਮਸੰਦ ਦੇ ਕਹਿਣ ਤੇ ਸ਼੍ਰੀ ਕੀਰਤਪੁਰ ਸਾਹਿਬ, ਭਾਵੇਂ ਕਿ ਉਹ ਵੀ ਪਵਿੱਤਰ ਨਗਰ ਹੈ, ਉੱਥੇ ਵੀ ਗੁਰੂ ਕੇ ਬਹੁਤ ਸਾਰੇ ਦੇਵਰੇ ਸਥਾਨ ਨੇ, ਲੇਕਿਨ ਅਸੀਂ ਜਿਹੜਾ ਸੀਸ ਦਾ ਸੰਸਕਾਰ ਹੈ ਉਹ ਅਨੰਦਪੁਰ ਸਾਹਿਬ ਹੀ ਕਰਨਾ ਹੈ। ਆਨ ਕਰੋ ਸੰਸਕਾਰ ਇਹਾਂ, ਸਤਿਗੁਰੂ ਜੀ ਕੇ ਪਵਿੱਤਰ ਸੀਸ ਦਾ ਸੰਸਕਾਰ ਕੇਵਲ ਤੇ ਕੇਵਲ ਅਨੰਦਪੁਰ ਸਾਹਿਬ ਕਰਨਾ। ਬਿਰਦਾ ਤਿਨ ਮਾਤ ਬੜੀ ਬਿਲਾ, ਤੇ ਇਹੀ ਬਾਤ ਜਿਹੜੇ ਸਤਿਗੁਰੂ ਜੀ ਕੇ ਮਾਤਾ ਨਾਨਕੀ ਜੀ ਵੀ ਵਾਰ-ਵਾਰ ਕਹਿ ਰਹੇ ਹਨ ਜੀ। ਸੁੰਦਰ ਸ੍ਰੀ ਮੁਖ ਕੋ ਦਰਸੈ, ਸਭ ਤੇ ਸੁਭ ਜਾਨੋ ਹੈ ਇਹ ਬਾਤੀ। ਸੁੰਦਰ ਸ੍ਰੀ ਮੁਖ ਭਾਵ ਸਤਿਗੁਰੂ ਜੀ ਦਾ ਜੋ ਪਵਿੱਤਰ ਮੁਖ ਹੈ, ਕਿਉਂਕਿ ਸਾਡੇ ਇਤਿਹਾਸਕਾਰ ਦੱਸਦੇ ਨੇ ਜਿੰਨੀ ਕੁ ਬਖਸ਼ਿਸ਼ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਪਵਿੱਤਰ ਮੁਖ ਤੇ ਹੈ, ਸੱਚਮੁੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਸ਼ਹਾਦਤ ਭਾਵੇਂ ਚਾਂਦਨੀ ਚੌਂਕ ਵਿੱਚ ਹੋ ਗਈ ਸੀ, ਲੇਕਿਨ ਜਿਹੜਾ ਸੀਸ ਅਨੰਦਪੁਰ ਸਾਹਿਬ ਆਇਆ ਸੀ ਉਹਦੇ ਉੱਪਰ ਰੂਹਾਨੀਅਤ ਉਦਾਂ ਹੀ ਨਜ਼ਰ ਆਉਂਦੀ ਸੀ। ਇਹ ਬਹੁਤ ਵੱਡੀ ਬਖਸ਼ਿਸ਼ ਹੈ, ਇਹ ਬਹੁਤ ਅਹਿਮ ਤੱਥ ਨੇ ਸਾਡੇ ਇਤਿਹਾਸ ਦੇ, ਭਾਵੇਂ ਕਿ ਅੱਜ ਅਸੀਂ ਇਹਨਾਂ ਗੱਲਾਂ ਤੋਂ ਮੁਨਕਰ ਹੁੰਨੇ ਹਾਂ, ਕਿਉਂਕਿ ਇੱਕ ਗੁਰਮੁਖ, ਇੱਕ ਗੁਰੂ ਉਸ ਕਮਾਈ ਅੰਦਰ, ਉਸ ਸਿਮਰਨ ਵਿੱਚ ਟਿਕਿਆ ਹੋਇਆ ਹੈ ਜਿਹੜਾ ਆਪਣੀ ਮੌਜ ਵਿੱਚ ਆਪ ਸ਼ਹਾਦਤ ਦੇ ਰਿਹਾ। ਇਸ ਲਈ ਇੱਥੇ ਕੋਈ ਸ਼ੋਕ ਵਾਲੀ ਬਾਤ ਨਹੀਂ ਹੈ। ਸੁੰਦਰ ਸ੍ਰੀ ਮੁਖ ਕੋ ਦਰਸੈ, ਮਹਾਰਾਜ ਜੀ ਆਪ ਭਾਵੇਂ ਸਰੀਰ ਕਰਕੇ ਨਹੀਂ ਆਏ, ਸੀਸ ਤੇ ਆਇਆ ਹੈ ਨਾ।
ਸਾਰੀ ਸੰਗਤ ਸੀਸ ਦੇ ਦਰਸ਼ਨ ਕਰੇਗੀ। ਜਿਵੇਂ ਹਸਤੀ ਵਿੱਚ ਮਹਾਰਾਜ ਜੀ ਕੇ ਸੰਗਤ ਦਰਸ਼ਨ ਕਰਦੀ ਸੀ, ਮਾਤਾ ਨਾਨਕੀ ਜੀ ਕਹਿਣ ਲੱਗੇ ਸੰਗਤ ਦੀ ਇੱਛਾ ਹੈ ਤੇ ਅਸੀਂ ਸਾਰੀ ਸੰਗਤ ਨੂੰ ਇਸੇ ਵਿਧ ਇਸੇ ਹੀ ਮਹਾਰਾਜ ਜੀ ਕੇ ਪਵਿੱਤਰ ਸਥਾਨ ਤੇ ਸੰਗਤ ਨੂੰ ਸੀਸ ਦੇ ਦਰਸ਼ਨ ਕਰਵਾਉਣੇ ਹਨ। ਉਸ ਤੋਂ ਉਪਰੰਤ ਫਿਰ ਮਹਾਰਾਜ ਜੀ ਕੇ ਸੀਸ ਦਾ ਪਵਿੱਤਰ ਸੰਸਕਾਰ ਜੋ ਹੈ ਇਸੇ ਸਥਾਨ ਤੇ ਹੋਵੇਗਾ ਜੀ। ਜੋ ਭਨਤੇ ਪਰ ਕੰਠ ਗਇਓ, ਬੜ ਪ੍ਰੇਮ ਤੇ ਬਾਕ ਕਯੋ ਨਾ ਜਾਈ। ਇਸ ਵੇਲੇ ਜਿਸ ਵਕਤ ਵਾਰਤਾਲਾਪ ਕਰ ਰਹੇ ਸਨ ਗੁਰਮੁਖੋ, ਕਿਉਂਕਿ ਇਹ ਇੱਕ ਆਪਸ ਵਿੱਚ ਬਾਤ ਚੱਲ ਰਹੀ ਹੈ। ਪਿੱਛੇ ਜ਼ਿਕਰ ਕੀਤਾ ਭਾਈ ਸੰਤੋਖ ਸਿੰਘ ਸਾਹਿਬ ਜੀ ਹੋਰਾਂ ਨੇ ਕਿ ਜਿਸ ਵਕਤ ਸੁਨੇਹਾ ਆ ਗਿਆ ਹੈ, ਸੀਸ ਕੀਰਤਪੁਰ ਪਹੁੰਚ ਚੁੱਕਾ ਹੈ, ਲਾਲ ਗੋਬਿੰਦ ਰਾਏ ਜੀ ਮਾਤਾ ਜੀ ਨੂੰ ਪੁੱਛਣ ਆਏ ਨੇ। ਮਾਤਾ ਜੀ ਦੱਸ ਰਹੇ ਨੇ, ਬਿਰਧ ਮਾਤਾ ਨਾਨਕੀ ਜੀ ਵੀ ਦੱਸ ਰਹੇ ਨੇ, ਮਾਤਾ ਗੁਜਰ ਕੌਰ ਜੀ ਵੀ ਦੱਸ ਰਹੇ ਨੇ, ਯੋਂ ਭੰਨ ਤੇ ਪਰ ਕੰਠ ਗਇਓ ਵੱਡ। ਦੱਸਦੇ ਰਹੇ ਸਨ ਗੁਰਮੁਖੋ, ਪਰੰਤੂ ਵੈਰਾਗ ਹੈ ਨਾ। ਆਖਰ ਮਾਤਾ ਨਾਨਕੀ ਜੀ ਦੇ ਸੁਪੁੱਤਰ ਸਨ, ਮਾਤਾ ਗੁਜਰ ਕੌਰ ਜੀ ਦੇ ਸੀਸ ਸਿਰ ਦੇ ਸਾਈ ਸਨ। ਇਕੱਲਾ ਸੀਸ ਆਇਆ, ਜਿਵੇਂ ਬੋਲ ਕਰਕੇ ਦੱਸਣ ਲੱਗੇ, ਭਾਈ ਸਾਹਿਬ ਜੀ ਕਹਿੰਦੇ ਨੇ ਇੰਨਾ ਕਹਿੰਦਿਆਂ ਹੋਇਆਂ ਕੰਠ ਭਰ ਗਿਆ। ਵੈਰਾਗ ਦੇ ਜਿਹੜੇ ਅਥਰੂ ਨੇ, ਨੇਤਰਾਂ ਦੇ ਅੰਦਰੋਂ ਜਲ ਹੈ, ਉਹ ਉਸ ਵਕਤ ਮਾਤਾ ਜੀਆਂ ਕੇ ਨੇਤਰਾਂ ਦੇ ਅੰਦਰੋਂ ਪ੍ਰਗਟ ਹੋਇਆ ਹੈ। ਮਾਤ ਕੀ ਬਾਤ ਸੁਨੀ ਗੁਰਪੂਰਨ, ਜਾਨ ਕੈ ਨੀਕ ਭਲੇ ਮਨ ਭਾਈ। ਫਿਰ ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਜੀ ਨੇ ਆਪਣੇ ਮਾਤਾ ਜੀ ਕੀ ਬਾਤ ਸੁਣੀ ਹੈ। ਮਾਤਾ ਗੁਜਰ ਕੌਰ ਜੀ ਨੇ ਵਚਨ ਕਹੇ ਸਨ। ਸੋ ਜਿਸ ਵਕਤ ਮਾਤਾ ਜੀ ਦੀ ਬਾਤ ਸੁਣੀ, ਗੁਰਪੂਰਨ ਜਾਨ ਕੈ ਨੀਕ, ਮਹਾਰਾਜ ਜੀ ਨੇ ਇਹ ਫਿਰ ਸਮਝਿਆ ਕਿ ਜੋ ਮਾਤਾ ਜੀ ਕਹਿ ਰਹੇ ਨੇ ਸਾਡੇ ਲਈ ਉਹੀ ਭਲਾ ਹੈ, ਕਿਉਂਕਿ ਪੂਰਨ ਪੁਰਖ ਨੇ ਜੋ ਹੁਕਮ ਸਾਨੂੰ ਦੇ ਰਹੇ ਨੇ ਇਹਦੇ ਵਿੱਚ ਹੀ ਸਭ ਦੀ ਖੁਸ਼ੀ ਹੈ। ਸੋ ਸਤਿਗੁਰੂ ਜੀ ਫਿਰ ਉਸੇ ਵਿਧ ਹੀ ਹੁਣ ਅੱਗੇ ਹੁਕਮ ਦਿੰਦੇ ਹਨ। ਤਿਆਰ ਪਏ ਹਿਤ ਲਿਆਵਨ ਕੇ ਪੁਰ, ਦੋਨੋਂ ਮਾਤ ਆਵਾਸ ਟਿਕਾਈ। ਫਿਰ ਜਿਵੇਂ ਮਹਾਰਾਜ ਜੀ ਨੇ ਹੁਕਮ ਦਿੱਤੇ ਹਨ, ਮਹਾਰਾਜ ਗੁਰੂ ਗੋਬਿੰਦ ਰਾਏ ਜੀ ਹੋਰਾਂ ਨੇ ਤਿਆਰੀ ਕਰਵਾਈ ਹੈ। ਬਹੁਤ ਸਾਰੇ ਸਿੱਖ ਇਕੱਤਰ ਹੋਏ ਨੇ, ਤਿਆਰੀ ਕੀਤੀ ਗਈ। ਤਿਆਰ ਪਏ ਲਿਆਵਨ ਹਿਤ ਕੋ ਪੁਰ, ਦੋਨੋਂ ਮਾਤ ਆਵਾਸ ਟਿਕਾਈ। ਮਾਤਾ ਜੀ ਨੂੰ ਕਹਿ ਦਿੱਤਾ ਕਿ ਮਾਤਾ ਜੀ ਅਸੀਂ ਆਪ ਆਪਣੀਆਂ ਸਿੱਖਾਂ ਸਹਿਤ ਮਸੰਦਾਂ ਯੁਕਤ ਸ਼੍ਰੀ ਕੀਰਤਪੁਰ ਸਾਹਿਬ ਜਾਵਾਂਗੇ। ਸਤਿਗੁਰੂ ਜੀ का जो ਸੀਸ ਹੈ ਬੜੇ ਅਦਬ ਸਹਿਤ ਵਿਮਾਨ ਬਣਾ ਕਰਕੇ ਉਹਦੇ ਅੰਦਰ ਟਿਕਾ ਕਰਕੇ ਲੈ ਕੇ ਆਵਾਂਗੇ, ਲੇਕਿਨ ਆਪ ਉਹਨਾਂ ਸਮਾਂ ਇੱਥੇ ਇਸੇ ਤਰ੍ਹਾਂ ਵਿਰਾਜਣਾ, ਭਾਵ ਆਪ ਇਸ ਵਕਤ ਸਾਡੇ ਨਾਲ ਨਹੀਂ ਜਾਣਾ। ਆਵਾਸ ਟਿਕਾਈ, ਕਿਉਂਕਿ ਕੁਦਰਤੀ ਤੌਰ ਤੇ ਮਾਤਾ ਜੀ ਜਾ ਵੀ ਨਹੀਂ ਸਕਦੇ। ਇੱਕ ਤੇ ਆਨੰਦਪੁਰ ਸਾਹਿਬ ਸੰਗਤ ਬਹੁਤ ਆ ਰਹੀ ਹੈ, ਕਿਉਂਕਿ ਜੋ ਕੁਝ ਵਰਤਿਆ ਹੈ। ਦੂਸਰਾ ਬਿਰਧ ਮਾਤਾ ਹੈ, ਤੀਸਰਾ ਵੈਰਾਗ ਹੈ। ਸੋ ਇਹਨਾਂ ਕਾਰਨਾਂ ਕਰਕੇ ਲਾਲ ਗੋਬਿੰਦ ਰਾਏ ਜੀ ਹੋਰਾਂ ਨੇ ਕਹਿ ਦਿੱਤਾ ਕਿ ਮਾਤਾ ਜੀ ਆਪ ਇੱਥੇ ਹੀ ਘਰ ਅੰਦਰ ਟਿਕੋ, ਅਸੀਂ ਆਪ ਆਪਣੇ ਸਿੱਖ ਸੇਵਕਾਂ ਸਹਿਤ ਜਾਂਦੇ ਹਾਂ ਤੇ ਸਤਿਗੁਰੂ ਜੀ ਦਾ ਜੋ ਸੀਸ ਹੈ ਉਸ ਨੂੰ ਇਸ ਸਥਾਨਪੁਰ ਲੈ ਕਰ ਆਉਂਦੇ ਹਾਂ ਜੀ। ਔਰ ਸਮਾਜ ਵਿਸਾਲ ਲਿਓ ਸੰਗ, ਸੀਸ ਉਠਾਏ ਚਲੇ ਸਮੁਦਾਈ। ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਔਰ ਸਮਾਜ ਵਿਸਾਲ ਲਿਓ ਸੰਗ। ਵਿਸਾਲ ਦੇ ਅੱਖਰੀ ਅਰਥ ਹੁੰਦੇ ਨੇ ਜਿਹਦੀ ਹੁਣ ਗਿਣਤੀ ਕੋਈ ਨਹੀਂ ਹੈ, ਕਿਉਂਕਿ ਜਿਸ ਵਕਤ ਫਿਰ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਆਪਣੇ ਪਿਤਾ ਗੁਰਦੇਵ ਜੀ ਕੇ ਸੀਸ ਲੈਣ ਲਈ ਤੁਰੇ, ਫਿਰ ਪਤਾ ਹੀ ਨਹੀਂ ਕਿੰਨੀ ਕੁ ਸੰਗਤ ਮਹਾਰਾਜ ਜੀ ਕੇ ਨਾਲ ਸ਼੍ਰੀ ਅਨੰਦਪੁਰ ਸੋ ਕੀਰਤਪੁਰ ਵਾਲੇ ਪਾਸੇ ਨੂੰ ਤੁਰੀ ਹੈ। ਬਹੁਤ ਸਾਰੇ ਸਿੱਖ ਮਸੰਦ, ਭਾਵੇਂ ਕਿ ਸਾਰਿਆਂ ਦੇ ਅੰਦਰ ਵੈਰਾਗ ਹੈ, ਮਹਾਰਾਜ ਜੀ ਕੇ ਜਾਣ ਦਾ ਜੋ ਵੈਰਾਗ ਹੈ ਉਹ ਸਾਰੀ ਸੰਗਤ ਦੇ ਅੰਦਰ ਹੈ। ਹਰ ਸਿੱਖ ਦੇ ਹਿਰਦੇ ਵਿੱਚ ਹੈ ਕਿ ਮਹਾਰਾਜ ਜੀ ਕੀ ਸ਼ਹਾਦਤ ਹੋ ਗਈ ਹੈ, ਗੁਰਦੇਵ ਇਸ ਸੰਸਾਰ ਤੋਂ ਕੂਚ ਕਰ ਚੁੱਕੇ ਨੇ। ਸੋ ਇਸ ਵਿਧ ਨਾ ਸੀਸ ਉਟਾਏ ਚਲੇ ਸਮੁਦਾਈ। ਫਿਰ ਜਿਸ ਵਕਤ ਉਹ ਸਥਾਨ ਤੇ ਪਹੁੰਚਦੇ ਹਨ, ਮਹਾਰਾਜ ਜੀ ਦਾ ਸੀਸ ਜਿਸ ਵਿਧ ਲੈ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਆ ਰਹੇ ਸਨ। ਪੁੰਜ ਲੱਗਿਓ ਧਨ ਚਾਰ ਵਿਮਾਨ ਉਠਾਏ, ਕਰਿਓ ਸਭ ਤੇ ਅਗਵਾਈ। ਫਿਰ ਬਹੁਤ ਸੁੰਦਰ ਇੱਕ ਵਿਮਾਨ ਤਿਆਰ ਕਰਵਾਇਆ ਗਿਆ, ਕਿਉਂਕਿ ਉਹ ਸਾਰੀ ਸੋ ਸਮੱਗਰੀ ਮਹਾਰਾਜ ਜੀ ਨੇ ਮੰਗਵਾ ਲਈ ਸੀ। ਜਿਵੇਂ ਹੀ ਫਿਰ ਉਹ ਇੱਕ ਸੁੰਦਰ ਪਾਲਕੀ ਕਹਿ ਲਈਏ ਸੀ, ਉਹ ਤਿਆਰ ਕਰਵਾ ਕਰਕੇ ਤੇ ਉਹਦੇ ਅੰਦਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਵਿੱਤਰ ਸੀਸ ਅਦਬਯੁਕਤ ਰੱਖਿਆ ਗਿਆ ਤੇ ਮਹਾਰਾਜ ਜੀ ਕੇ ਉਹ ਸੀਸ ਨੂੰ ਸਿੱਖ ਬੜੇ ਅਦਬ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਲਿਆ ਰਹੇ ਹਨ। ਬਿਰੰਦ ਮਸੰਦ ਮਿਲੇ ਸਿੱਖ ਸੇਵਕ, ਸ਼੍ਰੀ ਗੁਰ ਸੰਘ ਭਲੇ ਪਿਛਵਾਈ। ਤੇ ਅੱਜ ਐਸਾ ਮਾਹੌਲ ਹੈ ਸ਼੍ਰੀ ਕੀਰਤਪੁਰ ਸਾਹਿਬ, ਕਿਉਂਕਿ ਇੱਥੋਂ ਇਹ ਸੀਸ ਚੱਲ ਕੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਦੇ ਹਨ। ਬ੍ਰਿੰਦ ਮਸੰਦ, ਬਹੁਤ ਸਾਰੇ ਮਸੰਦ ਮਿਲੇ ਮਹਾਰਾਜ ਜੀ ਕੇ ਸਾਥ, ਬ੍ਰਿੰਦ ਸਿੱਖ, ਬਹੁਤ ਸਾਰੇ ਸਿੱਖ ਮਿਲੇ। ਪਾਲਕੀ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਕੱਲਾ ਸੀਸ ਸਜਾਇਆ ਗਿਆ। ਚਾਰ ਸਿੱਖਾਂ ਨੇ ਉਸ ਪਾਲਕੀ ਨੂੰ ਆਪਣੇ ਮੋਢੇ ਤੇ ਰੱਖਿਆ। ਪਿੱਛੇ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਛੋਟੀ ਆਰਬਲਾ ਦੇ ਵਿੱਚ, ਕੋਈ 9-10 ਵਰਿਆਂ ਦੀ ਆਰਬਲਾ,
ਛੋਟੀ ਆਰਬਲਾ ਦੇ ਵਿੱਚ ਆਪ ਤੁਰ ਰਹੇ ਨੇ ਤੇ ਸਤਿਗੁਰੂ ਜੀ ਤੋਂ ਪਿੱਛੇ ਫਿਰ ਬੇਅੰਤ ਸਿੱਖ ਸੰਗਤਾਂ ਦੇ ਇਕੱਠ, ਠਾਠਾ ਮਾਰਦੇ ਇਕੱਠ ਜਿਹੜੇ ਨੇ ਉਹ ਇਸ ਪਾਸੇ ਵੱਲ ਨੂੰ ਤੁਰ ਰਹੇ ਨੇ। ਇਸ ਬਿਦਨਾ ਸ੍ਰੀ ਗੁਰੂ ਸੰਗ ਭਲੇ ਪਿਛਵਾਈ, ਸਤਿਗੁਰੂ ਜੀ ਕੇ ਸੰਗ ਇੱਕ ਵੱਡੇ ਸੰਗਤ ਦਾ ਜੋ ਇਕੱਠ ਹੈ ਸੀਸ ਲੈ ਕਰਕੇ ਸ੍ਰੀ ਅਨੰਦਪੁਰ ਸਾਹਿਬ ਆ ਰਹੇ ਹਨ। ਪਾਠ ਕਰੈ ਗੁਰਬਾਣੀ ਮਹਾਨ ਕੋ, ਲੋਚਨ ਤੇ ਜਲ ਮੋਚਤ ਜਾਈ। ਤੇ ਜੋ ਸਤਿਗੁਰੂ ਜੀ ਕੇ ਹੁਕਮ ਹਨ ਕਿ ਇਸ ਸਮੇਂ ਵੀ ਬਾਣੀ ਦੇ ਪਾਠ ਕਰਨੇ ਹਨ। ਅਸੀਂ ਬਾਣੀ ਵਿੱਚ ਵੀ ਇਹ ਸ਼ਬਦ ਪੜ੍ਹਦੇ ਹਾਂ ਕਿ ਜਦੋਂ ਗੁਰਦੇਵ ਇਸ ਸੰਸਾਰ ਤੋਂ ਜਾਂਦੇ ਹਨ ਕਿਸੇ ਰੁਦਨ ਨਹੀਂ ਕਰਨਾ, ਕੇਵਲ ਬਾਣੀ, ਕੇਵਲ ਬਾਣੀ। ਸੋ ਪਾਠ ਕਰੈ ਗੁਰਬਾਨਿਨ ਕੋ, ਗੁਰਬਾਨਨ ਮਹਾਨ ਕੋ, ਕਿ ਬਹੁਤ ਸਾਰੇ ਸਿੱਖ ਫਿਰ ਗੁਰਬਾਣੀ ਦੇ ਸ਼ਬਦ ਪੜ੍ਹਦੇ ਹਨ। ਖਾਸ ਕਰਕੇ ਨਾ ਜੋ ਸਾਡੀ ਸਿੱਖ ਰਹਿਤ ਮਰਿਆਦਾ ਉਹਦੇ ਵਿੱਚ ਵੀ ਇਹ ਜ਼ਿਕਰ ਹੈ ਤੇ ਪੁਰਾਤਨ ਸਰੋਤਾਂ ਵਿੱਚ ਇਹ ਗੱਲ ਬੜੀ ਖਾਸ ਪੱਧਰ ਤੇ ਮਿਲਦੀ ਹੈ ਕਿ ਜਦੋਂ ਕੋਈ ਕਮਾਈ ਵਾਲਾ ਜਾਂ ਕਿਤੇ ਕੋਈ ਗੁਰਦੇਵ ਆਪਣੇ ਸਰੀਰ ਨੂੰ ਤਿਆਗਦੇ ਸਨ ਤੇ ਫਿਰ ਉਸ ਵਕਤ ਸਿੱਖ ਬਾਣੀ ਦੇ ਸ਼ਬਦ ਉੱਚੀ ਉੱਚੀ ਆਵਾਜ਼ਾਂ ਵਿੱਚ ਜਾਂ ਕੀਰਤਨ ਰੂਪ ਵਿੱਚ ਪੜ੍ਹਦੇ ਸਨ। ਸੋ ਇਸ ਵਿਦ ਮਹਾਰਾਜ ਜੀ ਕਾ ਸੀਸ ਆ ਰਿਹਾ। ਬਹੁਤ ਸਾਰੇ ਸਿੱਖ ਜਿਹੜੇ ਹਨ ਉਹ ਗੁਰਬਾਣੀ ਦੇ ਵੈਰਾਗਮਈ ਸ਼ਬਦ ਜਿਹੜੇ ਹਨ ਉਹਦਾ ਪਾਠ ਕਰਦੇ ਹੋਏ ਮਹਾਰਾਜ ਜੀ ਕੇ ਸੀਸ ਦੀ ਸਵਾਰੀ ਦੇ ਨਾਲ ਚੱਲ ਰਹੇ ਹਨ। ਜਾਤ ਭਏ ਪੁਰ ਕੀਰਤ ਮੈਂ, ਗੁਰ ਕੀਰਤ ਕੋ ਬਰਨੈ ਸਮੁਦਾਈ। ਪਹਿਲੇ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਇਹ ਸਾਰੀ ਸੰਗਤ ਮਹਾਰਾਜ ਜੀ ਕੇ ਸੰਗ ਗੁਰਬਾਣੀ ਪੜ੍ਹਦੀ ਕੀਰਤਪੁਰ ਸਾਹਿਬ ਪਹੁੰਚਦੀ ਹੈ ਤੇ ਉੱਥੋਂ ਫਿਰ ਸੀਸ ਲੈ ਕਰਕੇ ਇਸ ਵਿਦ ਵਾਪਸ ਮੁੜਦੇ ਹਨ। ਜੈ ਸੀਸ ਲਿਏ ਗੁਰ ਕੋ ਸਿੱਖ, ਥੋ ਪੁਰਤੇ ਪਰ ਬਾਹਰ ਜਾਤ ਭਏ। ਜੈ ਸੀਸ ਲਿਏ ਭਾਵ ਜਿਹੜਾ ਸਿੱਖ ਮਹਾਰਾਜ ਜੀ ਕਾ ਸੀਸ ਲੈ ਕਰਕੇ ਇਹ ਸੇਵਾ ਦਿੱਲੀ ਤੋਂ ਕਰਦਾ ਆ ਰਿਹਾ ਸੀ, ਜਿਸ ਦਾ ਨਾਮ ਸਾਡੇ ਇਤਿਹਾਸ ਨੇ ਸਾਂਭਿਆ, ਭਾਈ ਜੈਤਾ, ਭਾਈ ਜੀਵਨ ਸਿੰਘ ਜੀ, ਰੰਗ ਰੇਟੇ ਗੁਰੂ ਕੇ ਬੇਟੇ। ਜਿਹੜਾ ਸਿੱਖ ਸੀਸ ਲੈ ਕਰਕੇ ਇੱਥੋਂ ਤੱਕ ਸੇਵਾ ਕਰਦਾ ਆ ਰਿਹਾ ਹੈ, ਸਰਵਪ੍ਰਥਮ ਜਾ ਕਰਕੇ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਜੀ ਉਸ ਸਿੱਖ ਨੂੰ ਮਿਲਦੇ ਹਨ। ਨਰ ਨਾਰਨ ਸੋਣ ਸੁਣਿਓ ਸਭ ਕਾਰਨ, ਦਾਰਣ ਸੰਕਟ ਸੋਕ ਭਏ। ਜਿਸ ਵਕਤ ਮਹਾਰਾਜ ਜੀ ਕੀ ਮੁਲਾਕਾਤ ਹੋਈ, ਭਾਈ ਸੰਤੋਖ ਸਿੰਘ ਸਾਹਿਬ ਜ਼ਿਕਰ ਕਰਦੇ ਹਨ ਕਿ ਇਸ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੇ ਇੱਥੋਂ ਦੇ ਜਿਤਨੇ ਸਿੱਖ ਹਨ ਉਹ ਸਿੱਖ ਨੂੰ ਜਾ ਕਰਕੇ ਮਿਲੇ ਹਨ, ਕਿਉਂਕਿ ਹਰ ਇੱਕ ਦੇ ਅੰਦਰ ਦੀ ਇੱਛਾ ਸੀ ਕਿ ਉਸ ਧਰਤੀ ਤੇ ਉਸ ਵਕਤ ਜੋ ਕੁਝ ਕਾਰਾ ਵਾਪਰਿਆ ਹੈ ਉਹ ਸਾਰਾ ਹਾਲ ਇਹ ਮਾਲੂਮ ਕੀਤਾ ਜਾਏ। ਤੇ ਇਹ ਇਕੱਲਾ ਇੱਕ ਇਹੀ ਸਿੱਖ ਹੈ ਜਿਹੜਾ ਮਹਾਰਾਜ ਜੀ ਕਾ ਸੀਸ ਲੈ ਕਰਕੇ ਦਿੱਲੀ ਤੋਂ ਪੰਜਾਬ ਦੇਸ਼ ਪੁੱਜਾ ਹੈ ਤੇ ਇਸ ਨੇ ਹੀ ਸਾਰਾ ਕੁਝ ਆਪਣੇ ਅੱਖੀ ਵੇਖਿਆ ਹੈ। ਉਹ ਸਾਰਾ ਕਾਰਾ ਜਿਸ ਵਿਦ ਹੋਇਆ ਹੈ, ਉਹ ਸਾਰਾ ਦ੍ਰਿਸ਼ ਉਹ ਸਾਰੇ ਕਾਰੇ ਦਾ ਇੱਕ ਚਸ਼ਮਦੀਦ ਗਵਾਹ ਕੇਵਲ ਇੱਕ ਹੀ ਸਿੱਖ ਹੈ। ਸੋ ਇਸ ਵਿਦ ਨਾ ਉਹ ਸਾਰਾ ਹਾਲ ਜਾਣਨ ਦੇ ਲਈ ਹੋਰ ਬਹੁਤ ਸਾਰੀ ਸਿੱਖ ਸੰਗਤ, ਬਹੁਤ ਸਾਰੇ ਮਸੰਦ ਕੀਰਤਪੁਰ ਦੀ ਧਰਤੀ ਤੇ ਉਹ ਸਿੱਖ ਤੋਂ ਇਹ ਸਭ ਵਾਰਤਾ ਪੁੱਛ ਰਹੇ ਹਨ ਤੇ ਨਾਲ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਜੀਆਂ ਨੇ ਵੀ ਸਾਰੀ ਬਾਤ ਪੁੱਛੀ ਹੈ ਜੀ। ਹਾਹਾਕਾਰ ਉਚਾਰਤ ਹੋਤ ਦੁਖਾਰਤ, ਜਾਏ ਮਿਲੇ ਸਭ ਦੁੱਖ ਲਏ। ਜਿਵੇਂ ਜਿਵੇਂ ਕੋਈ ਉਹ ਹਾਲ ਸੁਣਦਾ ਹੈ ਜਾਂ ਜਿਵੇਂ ਭਾਈ ਜੈਤਾ ਜੀ ਨੇ ਸਾਰੀ ਵਾਰਤਾ ਦੱਸੀ, ਸੋ ਸਾਰੀ ਸੰਗਤ ਦੇ ਅੰਦਰ ਇੱਕ ਸ਼ੋਕ ਹੋਇਆ। ਹਾਹਾਕਾਰ ਤੋਂ ਭਾਵ ਹੈ ਜਿਵੇਂ ਅਸੀਂ ਬਾਣੀ ਦੇ ਵੀ ਬਚਨ ਪੜ੍ਹਦੇ ਹਾਂ ਨਾ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ, ਹੈ ਸਭ ਜਗ ਭਇਓ ਜੈ 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 ਸੁਰਲੋਕ। ਸਾਰੀ ਜਿਸ ਵੀ ਕਿਸੇ ਨੇ ਇਹ ਸੁਣਿਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਸ਼ਹਾਦਤ ਹੋ ਗਈ, ਸੱਚਮੁੱਚ ਉਹਦੇ ਤੋਂ ਜਰਿਆ ਨਹੀਂ ਗਿਆ, ਆਏ ਹੋ ਗਏ। ਅੰਦਰੋਂ ਦੁੱਖ, ਅੰਦਰੋਂ ਪੀੜ ਨਿਕਲੀ ਕਿ ਇਹ ਬਾਦਸ਼ਾਹ ਨੇ ਬਹੁਤ ਵੱਡਾ ਜ਼ੁਲਮ ਕੀਤਾ ਹੈ। ਸੋ ਜਿਹੜਾ ਵੀ ਕੋਈ ਸੁਣ ਰਿਹਾ ਸੀ ਆਪਣੇ ਮੁਖ ਤੋਂ ਇਹ ਉਚਾਰਨ ਕਰ ਰਿਹਾ ਸੀ, ਨਾਲ ਹੀ ਵੈਰਾਗ ਯੁਕਤ ਹਿਰਦਾ ਜਿਹੜਾ ਹੈ ਨਾ ਮਹਾਰਾਜ ਜੀ ਕੇ ਜਾਣ ਦੇ ਨਾਲ, ਮਹਾਰਾਜ ਜੀ ਕੀ ਸ਼ਹਾਦਤ ਦੇ ਨਾਲ ਹੀ ਆਪਣੇ ਅੰਦਰੋਂ ਵੈਰਾਗ ਦਾ ਜਲ ਪ੍ਰਗਟ ਕਰ ਰਿਹਾ ਹੈ ਜੀ। ਤਤ ਕਾਲ ਵਿਮਾਨ ਕੇ बीच ਟਿਕਾਏ, ਉਠਾਏ ਸਮੂਹ ਨਮੋ ਸੋ ਕਏ। ਫਿਰ ਮਹਾਰਾਜ ਜੀ ਗੁਰੂ ਗੋਬਿੰਦ ਰਾਏ ਸਾਹਿਬ ਜੀ ਨੇ ਹੁਕਮ ਦਿੱਤੇ ਤੇ ਮਹਾਰਾਜ ਜੀ ਦਾ ਜਿਹੜਾ ਸੀਸ ਹੈ ਉਸ ਵਿਮਾਨ ਵਿੱਚ ਟਿਕਾ ਕਰਕੇ ਤੇ ਵਾਪਸੀ ਲਈ ਤਿਆਰੀ ਹੁੰਦੀ ਹੈ। ਚੋਰ ਟੁਰੈ ਚੋ ਉਰਨ ਤੇ, ਬਹੁ ਮੋਲਨ ਕੇ ਗਨ ਪਾਏ ਦੁਸਾਲੇ। ਬੜੇ ਹੀ ਅਦਬ ਯੁਕਤ ਮਹਾਰਾਜ ਜੀ ਦਾ ਸੀਸ ਸ੍ਰੀ ਕੀਰਤਪੁਰ ਸਾਹਿਬ ਤੋਂ ਆਨੰਦਪੁਰ ਲਈ ਰਵਾਨਾ ਹੋਇਆ ਹੈ। ਚੌਰ ਟਰੈ ਚੋ ਔਰਨ ਤੇ, ਚੌਗਿਰਦੇ ਤੋਂ ਜਿਹੜੇ ਸਿੱਖ ਹਨ ਬੜੇ ਅਦਬ ਸਹਿਤ ਮਹਾਰਾਜ ਜੀ ਕੇ ਸੀਸ ਤੇ ਚੌਰ ਕਰ ਰਹੇ ਸਨ। ਬਹੁ ਮੋਲਨ ਤੇ ਗਨ ਪਾਏ ਦੁਸਾਲੇ, ਬੜੇ ਬੇਸ਼ਕੀਮਤੀ ਦੁਸਾਲੇ। ਵੇਖੋ ਅੱਜ ਵੀ ਨਾ ਸਾਡੇ ਸਮਾਜ ਦੀ ਇੱਕ ਮਰਿਆਦਾ ਹੈ, ਜਦੋਂ ਵੀ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ ਨਾ ਤੇ ਅੰਤਮ ਸੰਸਕਾਰ ਹੁੰਦਾ, ਉਸ ਤੋਂ ਪਹਿਲਾਂ
ਜੋ ਵੀ ਉਹ ਸਰੀਰ ਦੀ ਸੰਭਾਲ ਜਿਸ ਢੰਗ ਨਾਲ ਕੀਤੀ ਜਾਂਦੀ ਹੈ, ਉਹਨੂੰ ਪਵਿੱਤਰ ਜਲ ਨਾਲ ਇਸ਼ਨਾਨ ਕਰਵਾਇਆ ਜਾਂਦਾ, ਫਿਰ ਉਹਦੇ ਉੱਪਰ ਜਿੰਨਾ ਵੀ ਜਥਾ ਸ਼ਕਤ ਜਿਹਦਾ ਜਿਹੜਾ ਸੰਬੰਧ ਹੁੰਦਾ ਹੈ, ਉਹ ਆਪਣੇ ਵੱਲੋਂ ਕੋਈ ਨਾ ਕੋਈ ਵਸਤਰ ਉਹ ਸਰੀਰ ਦੇ ਉੱਪਰ ਪਾਉਂਦਾ, ਭਾਵੇਂ ਕਿ ਉਸ ਮੁਰਦਾ ਸਰੀਰ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ, ਲੇਕਿਨ ਇੱਕ ਸਮਾਜਿਕ ਪਰੰਪਰਾ ਹੈ ਅਦਬ ਯੁਕਤ ਉਹ ਸਰੀਰ ਨੂੰ ਵਿਦਾ ਕਰਨਾ। ਇੱਥੇ ਜਿਸ ਵਕਤ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ का ਸੀਸ ਵਿਮਾਨ ਅੰਦਰ ਰੱਖ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਲਈ ਮਹਾਰਾਜ ਚੱਲੇ, ਤੇ ਬੇਅੰਤ ਸਿੱਖ ਐਸੇ ਨੇ ਕੀਰਤਪੁਰ ਦੀ ਧਰਤੀ ਤੇ ਜਾਂ ਰਾਸਤੇ ਦੇ ਵਿੱਚ ਅਸੀਂ ਕਹਿ ਸਕਦੇ ਹਾਂ, ਜਿੱਥੇ ਜਿੱਥੇ ਵੀ ਸਿੱਖ ਭਾਵਨਾ ਵਾਲੇ ਮਿਲੇ, ਕਿਉਂਕਿ ਉਸ ਵਕਤ ਦਰਸ਼ਨ ਕਰਨ ਵਾਲੇ ਵੀ ਬਹੁਤ ਦੂਰ ਦੂਰ ਤੋਂ ਆ ਚੁੱਕੇ ਸਨ। ਅਨੰਦਪੁਰ ਦੀ ਧਰਤੀ ਤੇ ਬਹੁਤ ਵੱਡੇ ਇਕੱਠ ਹੋਏ ਉਸ ਵਕਤ। ਸੋ ਬਹੁਤ ਸਾਰੇ ਕੀਮਤੀ ਦੁਸ਼ਾਲੇ ਬਸਤਰ ਜਿਹੜੇ ਨੇ ਉਹ ਸਿੱਖ ਲੈ ਕਰਕੇ ਆਏ, ਕੇਵਲ ਤੇ ਕੇਵਲ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਅੰਗ ਭੇਟ ਕਰਨ ਦੇ ਲਈ, ਸੀਸ ਤੇ ਦੇਣ ਦੇ ਲਈ। ਭਾਈ ਸਾਹਿਬ ਜੀ ਨੇ ਬਚਨ ਲਿਖੇ ਨੇ, ਕਹਿ ਲਗੇ ਬਹੁਤ ਸਾਰੇ ਕੀਮਤੀ ਬਸਤਰ ਸਨ ਜਿਹੜੇ ਬਹੁ ਮੇਲਣ ਕੇ ਗਨ ਪਾਏ ਦੁਸ਼ਾਲੇ, ਬਹੁ ਮੋਲ ਦੇ ਬੜੇ ਕੀਮਤੀ ਦੁਸ਼ਾਲੇ ਮਹਾਰਾਜ ਜੀ ਕੇ ਸੀਸਪੁਰ ਸੰਗਤ ਵੱਲੋਂ ਦਿੱਤੇ ਗਏ ਹਨ। ਕੋ ਛਿਰਕਾਵ ਗੁਲਾਬ ਅਜਾਬ ਤੇ ਗੂੰਦ ਵਿਸਾਲ ਹਿਮਾਲਨ ਡਾਲੇ। ਬਹੁਤ ਸਾਰੇ ਅਦਬ ਯੁਕਤ ਸਿੱਖ ਮਹਾਰਾਜ ਜੀ ਕੇ ਸੀਸ ਦੀ ਸਵਾਰੀ ਤੋਂ ਅੱਗੇ ਸੇਵਾ ਕਰ ਰਹੇ ਸਨ, ਵਿਸ਼ੇਸ਼ ਕਿਸਮ ਦੇ ਸੁਗੰਧੀਦਾਰ ਪਦਾਰਥ ਛਿੜਕ ਰਹੇ ਨੇ। ਨਾਲ ਹੀ ਬਹੁਤ ਸਾਰੇ ਸਿੱਖ ਅਦਬ ਯੁਕਤ ਮਹਾਰਾਜ ਜੀ ਕੇ ਸੀਸ ਦੀ ਸਵਾਰੀ ਤੇ ਬੇਸ਼ਕੀਮਤੀ ਫੁੱਲਾਂ ਦੀਆਂ, ਗੁਲਾਬ ਦੀਆਂ ਆਦਿਕ ਜਿਹੜੀਆਂ ਮਾਲਾ ਹਨ ਉਹ ਤਿਆਰ ਕਰਕੇ ਮਹਾਰਾਜ ਜੀ ਕੀ ਉਸ ਪਾਲਕੀ ਤੇ ਜਿਹਦੇ ਅੰਦਰ ਸੀਸ ਸੁਭਾਇਮਾਨ ਹੈ ਉਹਦੇ ਤੇ ਭੇਟ ਕਰ ਰਹੇ ਹਨ। ਪੁੰਜ ਸੁਗੰਧਨ ਸਿੰਚਤ ਹੈ, ਮੈਂ ਕਾਰ ਉਠਿਓ ਇਮ ਅਗਰ ਚਾਲੇ। ਤੇ ਇਸ ਬਿਧ ਜਿਸ ਵਕਤ ਤੇ ਸਾਰੀ ਸੇਵਾ ਸਿੱਖ ਸਮਾਜ ਵੱਲੋਂ, ਗੁਰੂ ਕੇ ਪਿਆਰਿਆਂ ਵੱਲੋਂ, ਗੁਰੂ ਕੇ ਸਿੱਖਾਂ ਵੱਲੋਂ ਕੀਤੀ ਜਾ ਰਹੀ ਹੈ, ਇੱਕ ਅਗੰਮੀ ਮਾਹੌਲ ਬਣ ਗਿਆ ਤੇ ਬੰਨਣਾ ਵੀ ਚਾਹੀਦਾ, ਕਿਉਂਕਿ ਇਹ ਕੋਈ ਆਮ ਬਾਤ ਨਹੀਂ ਹੈ, ਕੋਈ ਆਮ ਸੰਸਾਰਿਕ ਮਨੁੱਖ ਨਹੀਂ ਗਿਆ। ਬਹੁਤ ਵੱਡੇ ਸੂਰਮੇ ਆਪਣੀ ਮੌਜ ਵਿੱਚ ਠੀਕਰ ਹੋਰ ਦੁਲੀਸ ਸਿਰ ਪ੍ਰਭੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਹੋਈ ਹੈ, ਵੱਡੇ ਕੋਲਾਹਲ ਹੋ ਰਹੇ ਨੇ। ਬੇਅੰਤ ਸਿੱਖ ਸੰਗਤਾਂ ਆਪਣੀ ਸ਼ਰਧਾ ਯੁਕਤ ਕੋਈ ਫੁੱਲਾਂ ਦੀ ਮਾਲਾ ਲੈ ਕਰਕੇ, ਕੋਈ ਕੀਮਤੀ ਦੁਸਾਲਾ ਲੈ ਕਰਕੇ, ਕੋਈ ਸੁਗੰਧੀਦਾਰ ਪਦਾਰਥ ਲੈ ਕਰਕੇ, ਜਾਂ ਕੋਈ ਚੌਰ ਲੈ ਕਰਕੇ, ਜਿੰਨੀ ਕਿਸੇ ਨੂੰ ਸੇਵਾ ਮਿਲਦੀ ਹੈ, ਕਿਉਂਕਿ ਕੋਈ ਨਿਸ਼ਚਿਤ ਗਿਣਤੀ ਨਹੀਂ ਹੈ ਵੀ ਇਹਨਾਂ ਦੋ ਪੁਰਖਾਂ ਨੇ ਇਹ ਸੇਵਾ ਕੀਤੀ। ਰਾਹ ਦੇ ਵਿੱਚ ਬੇਅੰਤ ਸਿੱਖ ਸਨ, ਕਿਉਂਕਿ ਹਰ ਸਿੱਖ ਦਾ ਪਿਆਰ ਹੈ ਗੁਰੂ ਦੇ ਨਾਲ, ਤੇ ਸਿੱਖ ਤਾਂ ਗੁਰੂ ਦੇ ਚਰਨਾਂ ਤੇ ਨਿਸ਼ਾਵਰ ਹੁੰਦਾ ਹੈ। ਜਿੱਥੇ ਵੀ ਕੋਈ ਸੇਵਾ ਮਿਲਦੀ ਹੈ, ਸਿੱਖ ਤਤਪਰ ਹੋ ਕਰਕੇ ਮਹਾਰਾਜ ਜੀ ਕੇ ਉਸ ਸਮੇਂ ਤੇ ਉਸ ਸਥਾਨ ਤੇ ਹਾਜ਼ਰ ਹੋ ਕਰਕੇ ਸੀਸ ਦੀ ਸੇਵਾ ਕਰ ਰਿਹਾ ਹੈ ਜੀ। ਗਾਵਤ ਰਾਗਨ ਸ਼੍ਰੀ ਗੁਰਬਾਕਨ, ਬ੍ਰਿੰਦ ਮਿਰਦੰਗ ਰਬਾਬਨ ਨਾਲੇ। ਤੇ ਰਾਸਤੇ ਦੇ ਅੰਦਰ ਫਿਰ ਬਹੁਤ ਸਾਰੇ ਸਿੱਖ ਜਿਹੜੇ ਹਨ ਇਕੱਤਰ ਹੋ ਕਰਕੇ ਸਾਜ਼ ਲੈ ਕਰਕੇ, ਬ੍ਰਿੰਦ ਰਬਾਬਨ ਮਿਰਦਾਗਨ, ਜਿਵੇਂ ਮਿਰਦੰਗ ਵਜਾਉਣੇ, ਰਬਾਬਾਂ ਵਜਾਉਣੀਆਂ ਆਦਿਕ ਜਿਹੜੇ ਸਾਜ਼ ਦੇ ਯੰਤਰ ਹਨ, ਉਹ ਲੈ ਕਰਕੇ ਤੇ ਉੱਚੀ ਆਵਾਜ਼ ਦੇ ਵਿੱਚ ਮਹਾਰਾਜ ਜੀ ਕੀ ਇਸ ਸਮੇਂ ਤੇ ਬਾਣੀ ਗਾ ਕਰਕੇ ਜੈ ਜੈਕਾਰ ਕਰ ਰਹੇ ਹਨ। ਮਾਰੂ ਮਿਲੇ ਵਡਹੰਸ ਕੋ ਗਾਵਤ, ਲਾਵਤ ਪੋੜੀ ਤੁਰੰਤ ਅਗਾਰੀ। ਮਾਰੂ ਰਾਗ ਗਾਉਂਦੇ ਹਨ, ਨਾਲ ਵਡਹੰਸ। ਵਡਹੰਸ ਦੇ ਅੰਦਰ ਸਾਨੂੰ ਪਤਾ ਹੈ ਮਹਾਰਾਜ ਜੀ ਨੇ ਇਸ ਸਮੇਂ ਤੇ ਆਪਣੀ ਅੰਮ੍ਰਿਤ ਬਾਣੀ ਅਲਾਣੀਆਂ ਉਚਾਰਨ ਕੀਤੀਆਂ ਨੇ। ਉਹ ਪੰਜ ਸ਼ਬਦ ਖਾਸ ਕਰਕੇ ਇਸੇ ਹੀ ਸਮੇਂ ਤੇ ਗਾਏ ਜਾਂ ਪੜ੍ਹੇ ਸੁਣੇ ਜਾਂਦੇ ਨੇ। ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ। ਨਾਲ ਹੀ ਉਹਦੇ ਵਿੱਚ ਇਹ ਵੀ ਸ਼ਬਦ ਹੈ ਨੇ, ਮਰਨ ਮਨੁੱਸਾਂ ਸੂਰਿਆਂ ਹੱਕ ਹੈ, ਜੋ ਹੋਏ ਮਰੈ ਪ੍ਰਵਾਣ। ਸੂਰੇ ਸਹੀ ਅੱਗੇ ਆਖੀਐ, ਦਰਗਹਿ ਪਾਵੇ ਸਾਚੀ ਮਾਣ। ਦਰਗਹਿ ਮਾਣ ਪਾਵੇ ਪਤ ਸਿਉ ਜਾਵੇ, ਆਗੇ ਦੁਖ ਨਾ ਲਾਗੈ, ਕਰ ਏਕ ਧਿਆਵੈ, ਤਾਂ ਸਫਲ ਪਾਵੇ। ਜਿਤ ਸੇਵੀਐ ਪਉ ਪਾਗੈ। ਸੋ ਐਸੇ ਬੇਅੰਤ ਸ਼ਬਦ ਨੇ। ਨਾਲ ਮਾਰੂ ਰਾਗ, ਮਾਰੂ ਰਾਗ ਦਾ ਜ਼ਿਕਰ ਸਾਨੂੰ ਪੁਰਾਤਨ ਗ੍ਰੰਥਾਂ ਵਿੱਚ ਮਿਲਦਾ ਹੈ, ਕਿਉਂਕਿ ਇਹਦੇ ਜਿਹੜੇ ਬਹੁਤੇ ਸੰਬੰਧ ਨੇ ਇਸ ਸਮੇਂ ਨਾਲ ਬਹੁਤੇ ਸ਼ਬਦ ਲਿਖੇ ਹੋਏ ਨੇ। ਸੋ ਬਹੁਤ ਸਾਰੇ ਮਾਰੂ ਸੋਹਲੇ, ਮਾਰੂ ਰਾਗ ਦੀ ਬਾਣੀ ਜਾਂ ਵਡਹੰਸ ਰਾਗ ਦੀ ਬਾਣੀ, ਜਿਵੇਂ ਅਲਾਣੀਆਂ, ਵਡਹੰਸ ਮਹੱਲਾ ਪਹਿਲਾ, ਵਡਹੰਸ ਮਹੱਲਾ ਤੀਜਾ, ਜਿਹੜੇ ਸ਼ਬਦ ਹਨ ਇਹ ਗੁਰੂ ਕੇ ਸਿੱਖ ਉੱਚੀ ਲੈਅ ਦੇ ਅੰਦਰ, ਉੱਚੀ ਆਵਾਜ਼ ਦੇ ਅੰਦਰ ਇਸ ਬਿਧ ਗਾ ਰਹੇ ਸਨ। ਲੈ ਤਨ ਕੋ ਗਮ ਨੈਪੁਰ, ਪੰਥ ਬਿਮਾਨ ਕੇ ਉਪਰ ਕੋ ਪੁਨ ਡਾਰੀ। ਲੈ ਧਨ ਕੋ, ਤੇ ਬਹੁਤ ਸਾਰੇ ਐਸੇ ਵੀ ਨੇ ਪਿਆਰ ਵਾਲੇ ਜਿਹੜੇ ਧਨ ਦੇ ਭੰਡਾਰ ਆਪਣੇ ਹੱਥ ਵਿੱਚ ਧਨ ਲੈ ਕਰਕੇ ਮਹਾਰਾਜ ਜੀ ਕੀ ਸਵਾਰੀ ਦੇ ਅੱਗੇ ਹਾਜ਼ਰ ਖੜੇ ਨੇ। ਅੱਜ ਆਪਾਂ ਪੜ੍ਹਦੇ ਹਾਂ ਨਾ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਤਾਏ। ਗੁਰਮੁਖੋ ਇਹ ਮਹਾਰਾਜ ਜੀ ਕੀ ਬਖਸ਼ਿਸ਼ ਹੈ। ਚਲੋ ਸਰੀਰ ਕਰਕੇ ਮਹਾਰਾਜ ਕਿਤੇ ਵਰਤੇ,
ਜਿੱਥੇ ਪੂਰਨ ਸਰੀਰ ਦੇ ਵਿੱਚ ਵਰਤਦੇ ਸਨ, ਆਪਣੀ ਹਸਤੀ ਵਿੱਚ ਜਿਸ ਵਕਤ ਵਿਚਰ ਰਹੇ ਸਨ, ਵਰਤਦੇ ਸਨ, ਤੇ ਕੁਦਰਤੀ ਸਿੱਖ ਧਨ ਅੱਗੇ ਅਰਪਿਤ ਕਰਦੇ ਨੇ, ਭੇਟ ਕਰਦੇ ਨੇ। ਅੱਜ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਕੱਲਾ ਸੀਸ ਆ ਰਿਹਾ, ਫਿਰ ਵੀ ਸਿੱਖ ਧਨ ਦੇ ਭੰਡਾਰ ਲੈ ਕੇ ਬੈਠੇ ਨੇ ਕਿ ਮਹਾਰਾਜ ਕੇ ਚਰਨਾਂ ਵਿੱਚ ਭੇਟ ਕਰਨੇ ਹਨ। ਸੋ ਇਸ ਵਿਧ ਬੇਅੰਤ ਵੱਡੀ ਬਖਸ਼ਿਸ਼ ਜੋ ਹੈ ਇਸ ਵਕਤ ਸ੍ਰੀ ਅਨੰਦਪੁਰ ਸਾਹਿਬ ਵਰਤ ਰਹੀ ਹੈ, ਕਿਉਂਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਵਿੱਤਰ ਸੀਸ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਰਿਹਾ ਹੈ। ਨਾਲ ਹੀ ਸੰਗਤ ਦਾ ਹਿਰਦਾ ਬਹੁਤ ਵੈਰਾਗ ਅੰਦਰ ਹੈ ਜੀ। ਕੰਚਨ ਫੂਲ ਸੋ ਲਾਜ ਬਿਖੇਰੈ, ਹੇਰਤ ਸੋਕ ਕਰੈ ਨਰ ਨਾਰੀ। ਬਹੁਤ ਸਾਰੇ ਕੀਮਤੀ ਫੁੱਲ ਲੈ ਕਰਕੇ ਰਸਤੇ ਦੇ ਅੰਦਰ ਵਿਛਾ ਦਿੱਤੇ ਗਏ। ਉਹ ਰਸਤਾ ਹੀ ਸੰਗਤ ਨੇ ਸਵਾਰ ਦਿੱਤਾ ਜਿੱਥੋਂ ਮਹਾਰਾਜ ਜੀ ਦਾ ਪਵਿੱਤਰ ਸਰੀਰ ਲੰਘਣਾ, ਜਿੱਥੋਂ ਪਵਿੱਤਰ ਸੀਸ ਦੀ ਸਵਾਰੀ ਜਾਣੀ। ਸੋ ਨਾਲ ਹੀ ਹੇਰਤ ਸੋਕ ਕਰੈ ਨਰ ਨਾਲੀ, ਤੇ ਰਾਵਾਂ ਦੇ ਅੰਦਰ ਜਿੱਥੋਂ ਜਿੱਥੋਂ ਮਹਾਰਾਜ ਜੀ ਦਾ ਪਵਿੱਤਰ ਸੀਸ ਗੁਜ਼ਰ ਰਿਹਾ। ਕਿਉਂਕਿ ਇਸ ਤੋਂ ਪਹਿਲਾਂ ਤਾਂ ਅਸੀਂ ਕਹਿ ਸਕਦੇ ਹਾਂ ਵੀ ਭਾਈ ਜੈਤਾ ਜੀ ਬੜੇ ਸੰਕੋਚ ਕੇ ਹਕੂਮਤ ਦੇ ਡਰ ਤੋਂ ਲੈ ਕਰਕੇ ਆਏ ਨੇ, ਵਰਨਾ ਇਹ ਜਿਤਨੀ ਕੁ ਬਾਤ ਆਪਾਂ ਪੜ੍ਹ ਰਹੇ ਹਾਂ ਨਾ, ਜੇ ਕਿਤੇ ਸਮੇਂ ਦਾ ਹੁਕਮਰਾਨ ਆਪਣੇ ਸਮੇਂ ਕੁਝ ਐਸਾ ਨਾ ਕਰਦਾ ਤੇ ਅਸੀਂ ਅੱਜ ਕਹਿ ਸਕਦੇ ਸੀ ਵੀ ਕਿ ਸੰਗਤ ਨੇ ਸਤਿਗੁਰੂ ਜੀ ਕੇ ਸੀਸ ਦੀ ਸਵਾਰੀ ਦਿੱਲੀ ਤੋਂ ਆਨੰਦਪੁਰੀ ਐਸੇ ਲੈ ਕਰਕੇ ਜਾਣੀ ਸੀ। ਸੋ ਇਸ ਵਿਧ ਨਾ ਬੇਅੰਤ ਸੰਗਤਾਂ ਆਪਣੇ ਵੱਲੋਂ ਰਾਵਾਂ ਦੇ ਅੰਦਰ ਮਹਾਰਾਜ ਜੀ ਕੇ ਪਵਿੱਤਰ ਸੀਸ ਕੋ ਨਮਸਕਾਰ ਕਰਨ ਦੇ ਲਈ ਅਦਬ ਯੁਕਤ ਫੁੱਲ ਆਦਿਕ ਲੈ ਕਰਕੇ, ਕੀਮਤੀ ਬਸਤਰ ਧਨ ਆਦਿਕ ਲੈ ਕਰਕੇ ਨਮਸਕਾਰ ਕਰਨ ਲਈ ਹਾਜ਼ਰ ਹੋ ਰਹੇ ਹਨ, ਤੇ ਨਾਲ ਹੀ ਬਹੁਤ ਵਿਰਾਗਵਿਤ ਨੇ। ਹੇਰਤ ਸ਼ੋਕ ਕਰੈ ਨਰ ਨਾਰੀ, ਜੋ ਕੋਈ ਵੇਖਦਾ ਹੈ ਸਮੇਂ ਦੇ ਹੁਕਮਰਾਨ ਬਾਦਸ਼ਾਹ ਔਰੰਗਜ਼ੇਬ ਨੂੰ ਲਾਹਨਤਾਂ ਵੀ ਪਾਉਂਦੇ ਹਨ, ਤੇ ਨਾਲ ਹੀ ਸਤਿਗੁਰੂ ਗੁਰੂ ਤੇਗ ਬਹਾਦਰ ਧੀਰਤਾ ਦੀ ਮੂਰਤ ਸਤਿਗੁਰੂ ਜੀਆਂ ਨੂੰ ਨਮਸਕਾਰ ਵੀ ਕਰਦੇ ਹਨ। ਕੇਤਕ ਸੇਵਕ ਲੈ ਧਨ ਕੋ ਘਨ, ਕੈ ਬਰਖਾ ਬੋ ਮੂਠਨ ਡਾਰੀ। ਤੇ ਬਹੁਤ ਸਾਰੇ ਐਸੇ ਸੇਵਕ ਹਨ। ਵੇਖੋ ਭਾਈ ਸਾਹਿਬ ਜੀਆਂ ਨੇ ਬਚਨ ਲਿਖੇ ਨੇ, ਸਾਡੇ ਇਤਿਹਾਸ ਦੀ ਇਹ ਸਾਖੀ ਹੈ, ਅਸੀਂ ਇਹਨੂੰ ਗਵਾਹੀ ਮੰਨਦੇ ਹਾਂ। ਇਹ ਕੋਈ ਐਵੇਂ ਨਹੀਂ ਹੈ, ਪੁਰਾਤਨ ਗ੍ਰੰਥਾਂ ਦੇ ਬੋਲ ਨੇ, ਤੇ ਇਹ ਐਵੇਂ ਨਹੀਂ ਲਿਖੇ ਹੋਏ। ਇਹ ਉਸ ਵਕਤ ਦੀਆਂ ਉਹ ਸਾਰੀਆਂ ਘਟਨਾਵਾਂ ਨੇ ਜੋ ਕੁਝ ਉਸ ਵਕਤ ਵਰਤਿਆ ਹੈ। ਸਤਿਗੁਰੂ ਜੀ ਦਾ ਸੀਸ ਆ ਰਿਹਾ, ਭਾਈ ਸਾਹਿਬ ਜੀਆਂ ਨੇ ਬਚਨ ਲਿਖੇ ਨੇ, ਕੇਤਕ ਸੇਵਕ ਲੈ ਧਨ ਕੋ। ਕੁਝ ਸੇਵਕ ਆਪਣੇ ਪਾਸ ਹੱਥਾਂ ਵਿੱਚ ਬਹੁਤ ਸਾਰੇ ਧਨ ਆਦਿਕ ਲੈ ਕਰਕੇ ਗਨ ਕੈ ਬਰਖਾ ਬਹੁ ਮੁੱਠਣ ਡਾਰੀ, ਜਿਵੇਂ ਬਿਨਾਂ ਗਿਣੇ ਮੁੱਠ ਭਰ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਤੇ ਗੁਰੂ ਕੀ ਸੰਗਤ ਦੇ ਉੱਪਰ ਤੋਂ ਕੁਰਬਾਨ ਸੱਟ ਦੇਣਾ, ਜਿਵੇਂ ਆਪਾਂ ਕਹਿ ਦਈਏ। ਸੋ ਇਸ ਵੇਲੇ ਇੱਕ ਵੱਡੀ ਬਖਸ਼ਿਸ਼ ਹੈ ਮਹਾਰਾਜ ਜੀ ਕੀ। ਇਹਨੂੰ ਅਸੀਂ ਉਸ ਖੁਸ਼ੀ ਨਾਲ, ਉਸ ਹੁਲਾਸ ਨਾਲ ਨਹੀਂ ਜੋੜ ਸਕਦੇ, ਲੇਕਿਨ ਜੋ ਇਸ ਸਮੇਂ ਵਰਤਿਆ ਹੈ, ਜੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਇਹ ਕਾਰਾ ਵਰਤਾਇਆ ਹੈ, ਸਮੇਂ ਦੇ ਹੁਕਮਰਾਨ ਦੇ ਸਿਰ ਤੇ ਚੜ੍ਹ ਕੇ ਆਪਣਾ ਇਹ ਤਨ ਦਾ ਠੀਕਰਾ ਫੋੜਿਆ ਹੈ, ਤੇ ਮਹਾਰਾਜ ਜੀ ਕੀ ਉਸ ਵੇਲੇ ਇਹ ਜਗਤ ਵਿੱਚ ਜੈ ਜੈਕਾਰ ਹੋ ਰਹੀ ਹੈ। ਤੇ ਇਹਦੇ ਵਿੱਚ ਇਕੱਲਾ ਇਹ ਵੀ ਨਾ ਸਮਝਣਾ ਵੀ ਇਕੱਲੇ ਸਿੱਖ ਹੀ ਸਨ, ਕਿਉਂਕਿ ਜਿਨ੍ਹਾਂ ਦੇ ਲਈ ਮਹਾਰਾਜ ਜੀਆਂ ਨੇ ਆਪਣੇ ਇਸ ਪਵਿੱਤਰ ਤਨ ਦੀ ਕੁਰਬਾਨੀ ਦਿੱਤੀ ਹੈ ਉਹ ਵੀ ਬਹੁਤ ਸਨ, ਤੇ ਬੜੇ ਸਾਰੇ ਪਿਆਰ ਵਾਲੇ ਇਸਲਾਮੀ ਵੀ ਸਨ, ਜਿਨ੍ਹਾਂ ਨੂੰ ਇਸ ਗੱਲ ਦਾ ਬੜਾ ਸੋਖ ਸੀ ਕਿ ਔਰੰਗਜ਼ੇਬ ਨੇ ਇਹ ਬਹੁਤ ਗਲਤ ਕੀਤਾ। ਇਸ ਵਿਧ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸੁਪੁੱਤਰ ਲਾਲ ਗੋਬਿੰਦ ਰਾਏ ਜੀ ਬੇਅੰਤ ਸਿੱਖ ਸੰਗਤਾਂ ਦੇ ਨਾਲ ਆਪਣੇ ਪਿਤਾ ਦੇ ਇਕੱਲੇ ਸੀਸ ਸ੍ਰੀ ਕੀਰਤਪੁਰ ਸਾਹਿਬ ਤੋਂ ਆਨੰਦਪੁਰ ਸਾਹਿਬ ਲੈ ਕੇ ਆਉਂਦੇ ਨੇ। ਇੱਥੇ ਬੇਅੰਤ ਸੰਗਤਾਂ ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ ਸਾਰੇ ਦਰਸ਼ਨ ਕਰਦੇ ਨੇ। ਉਸ ਤੋਂ ਬਾਅਦ ਫਿਰ ਬੜੇ ਹੀ ਸੁਚੱਜੇ ਢੰਗ ਦੇ ਨਾਲ ਮਰਿਆਦਾ ਅਨੁਸਾਰ ਮਹਾਰਾਜ ਜੀ ਕੇ ਪਵਿੱਤਰ ਸ਼ੀਸ਼ ਦਾ ਸੰਸਕਾਰ ਕੀਤਾ ਜਾਂਦਾ ਹੈ। ਉਹ ਅਸਥਾਨ ਅੱਜ ਵੀ ਉਸ ਸਥਾਨ ਤੇ ਆਪ ਜਾ ਕੇ ਦਰਸ਼ਨ ਕਰ ਸਕਦੇ ਹੋ ਜਿੱਥੇ ਮਹਾਰਾਜ ਜੀ ਕੇ ਇਕੱਲੇ ਸ਼ੀਸ਼ ਦਾ ਸੰਸਕਾਰ ਹੋਇਆ। ਸੋ ਇਹ ਮਹਾਰਾਜ ਜੀ ਕੀ ਬਖਸ਼ਿਸ਼ ਹੈ, ਜਿਸ ਵਿਦ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਇਹ ਸਾਖੀ ਅੰਕਿਤ ਕੀਤੀ ਹੈ। ਅੱਜ ਤੱਕ ਇੱਥੇ ਦੀ ਵਿਚਾਰ ਜਿਹੜੀ ਹੋਈ ਹੈ, ਇੱਥੇ ਹੀ ਇਹਨਾਂ ਵਿਚਾਰਾਂ ਨੂੰ ਆਪਾਂ ਵਿਸ਼ਰਾਮ ਦਿੰਦੇ ਹਾਂ। ਰਹਿੰਦੀਆਂ ਵਿਚਾਰਾਂ ਜਿਹੜੀਆਂ ਨੇ ਉਹ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਸਮਿਆਂ ਦੌਰਾਨ ਆਪ ਸੰਗਤਾਂ ਦੇ ਨਾਲ ਸਾਂਝੀਆਂ ਕਰਨ ਦਾ ਯਤਨ ਕਰਾਂਗੇ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਇੱਥੇ ਹੀ ਸਮਾਪਤੀ ਹੈ ਜੀ। ਕੇਤਿਕ ਸੇਵਕ ਲੈ ਧਨ ਕੋ ਗਨ, ਕੈ ਬਰਖਾ ਬਹੁ ਮੂਠਨ ਡਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।